ਅਫਗਾਨਿਸਤਾਨ ਦੇ ਵਿੱਚ ਕਬਜ਼ੇ ਤੋਂ ਬਾਅਦ ਤਾਲਿਬਾਨ ਕੀ ਕਰ ਰਿਹਾ ਹੈ ਤੇ ਆਮ ਲੋਕ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ, ਕੱਲੀ ਖਬਰ ਦੀ ਜਾਣਕਾਰੀ ਦੇਵਾਂਗੇ। ਸਿੱਖ ਤੇ ਹਿੰਦੂ ਭਰਾਵਾਂ ਨੇ ਕੀ ਸੁਨੇਹਾ ਭੇਜਿਆ, ਕੈਨੇਡਾ, ਅਮਰੀਕਾ ਤੇ ਭਾਰਤ ਦੀਆਂ ਸਰਕਾਰਾਂ ਨੂੰ ਕੀ ਅਪੀਲ ਕੀਤੀ ਹੈ, ਉਹ ਵੀ ਸੁਣਾਵਾਂਗੇ। ਹਰਸਿਮਰਤ ਕੌਰ ਬਾਦਲ ਦਾ ਆਪਣੇ ਹੀ ਹਲਕੇ ਮਾਨਸਾ ਦੇ ਵਿੱਚ 2 ਦਿਨ ਤੋਂ ਤਿੱਖਾ ਵਿਰੋਧ ਹੋ ਰਿਹਾ ਹੈ। ਸੁਖਬੀਰ ਬਾਦਲ ਵੱਡੇ ਤੇ ਹੈਰਾਨੀਜਨਕ ਬਿਆਨ ਦੇਣੋਂ ਨਹੀਂ ਹਟਦੇ, ਲੋਕਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਨੇ। ਮਾਨਸਾ ਦੇ ਕਈ ਪਿੰਡਾਂ ਨੇ ਸਿਆਸੀ ਪਾਰਟੀਆਂ ਦੇ ਬਾਈਕਾਟ ਦੇ ਬੋਰਡ ਲਾ ਦਿੱਤੇ ਨੇ। ਸਤਿ ਸ਼੍ਰੀ ਅਕਾਲ ਜੀ, ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਪਹਿਲਾਂ ਆਪਾਂ ਕੱਲ ਦੀ ਲੋਕ ਰਾਏ ਦਾ ਨਤੀਜਾ ਤੁਹਾਨੂੰ ਦੱਸ ਦਿੰਦੇ ਹਾਂ। ਲੋਕ ਰਾਏ ਸੀ ਕਿ ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਦਾ ਕਬਜ਼ਾ ਹੋ ਗਿਆ। ਕੀ ਲੱਗਦਾ ਹੈ ਹੁਣ ਮਾਹੌਲ ਪਹਿਲਾਂ ਨਾਲੋਂ ਖਰਾਬ ਹੋਣਗੇ ਜਾਂ ਚੰਗੇ ਹੋਣਗੇ? ਸਾਡੇ 82% ਦਰਸ਼ਕਾਂ ਨੂੰ ਲੱਗਦਾ ਹੈ ਕਿ ਮਾਹੌਲ ਖਰਾਬ ਹੋਏਗਾ, ਹਾਲਾਤ ਖਰਾਬ ਹੋਣਗੇ ਤੇ 18% ਦਰਸ਼ਕ ਨੇ ਜਿਹੜੇ ਉਹਨਾਂ ਨੂੰ ਲੱਗਦਾ ਹੈ ਕਿ ਨਹੀਂ, ਖਰਾਬ ਨਹੀਂ, ਚੰਗੇ ਹੋਣਗੇ। ਅੱਜ ਦੀ ਲੋਕ ਰਾਏ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਕਿ ਅਸੀਂ ਵਿਕਾਸ ਕਰਨ ਦੇ ਲਈ ਕੈਪਟਨ ਅਮਰਿੰਦਰ ਸਿੰਘ ਵਾਂਗ ਝੂਠੀਆਂ ਸੌਹਾਂ ਨਹੀਂ ਖਾਂਦੇ, ਪਰ ਜ਼ੁਬਾਨ ਸਾਡੀ ਪੱਕੀ ਹੈ, ਜੋ ਕਹਿੰਦੇ ਆ ਕਰਕੇ ਦਿਖਾਉਂਦੇ ਆ। ਕੀ ਤੁਹਾਨੂੰ ਸੁਖਬੀਰ ਬਾਦਲ ਦੀ ਇਹ ਕਹੀ ਹੋਈ ਗੱਲ ਸੱਚੀ ਲੱਗਦੀ ਹੈ? ਜੇ ਸੱਚੀ ਲੱਗਦੀ ਹੈ ਯੈਸ ਜਾਂ ਹਾਂ ਲਿਖਿਓ, ਜੇ ਸੱਚੀ ਨਹੀਂ ਲੱਗਦੀ ਤਾਂ ਨੋ ਜਾਂ ਨਾ ਲਿਖਿਓ। ਖਬਰਾਂ ਵਿਸਥਾਰ ਦੇ ਨਾਲ ਤੇ ਜਾਣਕਾਰੀਆਂ ਤੁਹਾਨੂੰ ਪਹਿਲਾਂ ਅਫਗਾਨਿਸਤਾਨ ਦੀਆਂ ਦੇ ਦਿੰਨੇ ਆ, ਉਸ ਤੋਂ ਬਾਅਦ ਪੰਜਾਬ ਦੀਆਂ ਵੱਡੀਆਂ ਖਬਰਾਂ ਨੇ ਜਿਹੜੀਆਂ ਉਹ ਦੱਸਾਂਗੇ। ਐਤਵਾਰ ਨੂੰ ਤਾਲਿਬਾਨ ਨੇ ਰਾਤ ਨੂੰ ਜਿਹੜਾ ਹੈਗਾ ਉਹ ਅਫਗਾਨਿਸਤਾਨ ਦੇ ਉੱਤੇ ਮੁਕੰਮਲ ਕਬਜ਼ਾ ਕਰ ਲਿਆ ਸੀ ਤੇ ਉਸੇ ਰਾਤ ਨੂੰ ਹੀ ਅਸ਼ਰਫ ਗਨੀ ਜਿਹੜੇ ਰਾਸ਼ਟਰਪਤੀ ਨੇ ਮੁਲਕ ਛੱਡ ਕੇ ਭੱਜ ਗਏ ਸੀ। ਤੇ ਤਾਜ਼ਾ ਅਪਡੇਟਸ ਤੁਹਾਨੂੰ ਦੱਸਦੇ ਹਾਂ। ਕਾਬੁਲ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਐਤਵਾਰ ਤੇ ਸੋਮਵਾਰ ਨੂੰ ਭਾਰੀ ਭੀੜ ਅਤੇ ਅਫਰਾ ਤਫਰੀ ਦੇ ਮਾਹੌਲ ਦਰਮਿਆਨ ਜਦੋਂ ਏਅਰਪੋਰਟ ਨੂੰ ਬੰਦ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹੁਣ ਏਅਰਪੋਰਟ ਨੂੰ ਮੁੜ ਖੋਲ ਦਿੱਤਾ ਗਿਆ। ਅਧਿਕਾਰੀਆਂ ਤੇ ਆਮ ਨਾਗਰਿਕਾਂ ਦੇ ਅਫਗਾਨਿਸਤਾਨ ਤੋਂ ਜਾਣ ਤੇ ਲਾਈ ਪਾਬੰਦੀ ਹਟਾ ਦਿੱਤੀ ਗਈ ਹੈ। ਸੋਮਵਾਰ ਸ਼ਾਮ ਨੂੰ ਹਵਾਈ ਅੱਡੇ ਤੋਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਕਮਰਸ਼ੀਅਲ ਫਲਾਈਟਾਂ ਤਾਂ ਪਹਿਲਾਂ ਹੀ ਬੰਦ ਕਰ ਦਿੱਤੀਆਂ ਗਈਆਂ ਸੀ, ਪਰ ਫਿਰ ਆਮ ਫਲਾਈਟਾਂ ਵੀ ਬੰਦ ਕਰ ਦਿੱਤੀਆਂ ਗਈਆਂ ਸੀ, ਹੁਣੇ ਚਾਲੂ ਕਰ ਦਿੱਤੀਆਂ ਗਈਆਂ ਨੇ। ਤੇ ਕਾਬੁਲ ਤੋਂ ਭਾਰਤੀ ਅਧਿਕਾਰੀਆਂ ਦੀ ਭਾਰਤ ਵਾਪਸੀ ਹੋ ਗਈ ਹੈ। ਕਾਬੁਲ ਦੇ ਵਿੱਚ ਭਾਰਤੀ ਦੂਤਾਵਾਸ ਦੇ ਸਾਰੇ ਸਟਾਫ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। 에ਅਰ ਫੋਰਸ ਦੀ ਖਾਸ ਫਲਾਈਟ ਦੇ ਜ਼ਰੀਏ ਉਹਨਾਂ ਨੂੰ ਅੱਜ ਭਾਰਤ ਲਿਆਂਦਾ ਗਿਆ ਤੇ ਭਾਰਤ ਲਿਆਉਣ ਤੋਂ ਬਾਅਦ ਜਿਹੜੇ ਇਹ ਦੂਤਾਵਾਸ ਦੇ ਅਧਿਕਾਰੀ ਨੇ ਉਹਨਾਂ ਨੇ ਭਾਰਤੀ ਹਵਾਈ ਸੈਨਾ ਦਾ ਧੰਨਵਾਦ ਕੀਤਾ ਹੈ। ਕਾਬੁਲ ਦੇ ਵਿੱਚ ਤਾਲਿਬਾਨ ਦੇ ਦਾਖਲ ਹੋਣ ਤੋਂ ਬਾਅਦ ਅਮਰੀਕਾ, ਯੂਕੇ ਸਮੇਤ ਕਈ ਮੁਲਕਾਂ ਨੇ ਆਪਣੇ ਰਾਜਦੂਤਾਂ ਨੂੰ ਵਾਪਸ ਬੁਲਾ ਲਿਆ। ਇਸੇ ਦਰਮਿਆਨ ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਸਾਡਾ ਦੂਤਾਵਾਸ ਪੂਰੀ ਤਰ੍ਹਾਂ ਦੇ ਨਾਲ ਖੁੱਲ੍ਹਾ ਹੈ ਤੇ ਕੰਮ ਕਰ ਰਿਹਾ ਹੈ। ਈਰਾਨ ਸਰਕਾਰ ਦੇ ਸੰਬੰਧਿਤ ਮੰਤਰਾਲੇ ਦੇ ਬੁਲਾਰੇ ਸਈਦ ਖਾਤਿਬਜ਼ਾਦੇ ਨੇ ਮੀਡੀਆ ਦੇ ਵਿੱਚ ਆਈਆਂ ਉਹਨਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਅਫਗਾਨਿਸਤਾਨ ਦੇ ਵਿੱਚ ਸਿਰਫ ਪਾਕਿਸਤਾਨ, ਚੀਨ ਤੇ ਰੂਸ ਦੇ ਹੀ ਦੂਤਾਵਾਸ ਖੁੱਲੇ ਨੇ। ਈਰਾਨ ਨੇ ਕਿਹਾ ਕਿ ਸਾਡਾ ਦੂਤਾਵਾਸ ਵੀ ਖੁੱਲਾ ਹੈ। ਇਹ ਖਬਰਾਂ ਚੱਲੀਆਂ ਸੀ ਕਿ ਕਾਬੁਲ ਤੇ ਤਾਲਿਬਾਨ ਦਾ ਕਬਜ਼ਾ ਹੋਣ ਤੋਂ ਬਾਅਦ ਜ਼ਿਆਦਾਤਰ ਦੇਸ਼ਾਂ ਨੇ ਉੱਥੋਂ ਆਪਣੇ ਦੂਤਾਵਾਸ ਕਰਮਚਾਰੀਆਂ ਨੂੰ ਬਾਹਰ ਕੱਢ ਲਿਆ। ਸਿਰਫ 3 ਮੁਲਕ ਹੀ ਉੱਥੇ ਦੂਤਾਵਾਸ ਦੇ ਵਿੱਚ ਮੌਜੂਦ ਹਨ। ਇੰਡੋਨੇਸ਼ੀਆ ਨੇ ਕਿਹਾ ਕਿ ਅਫਗਾਨਿਸਤਾਨ ਦਾ ਦੂਤਾਵਾਸ ਹੈ ਜਿਹੜਾ ਅਸੀਂ ਉਹ ਆਪਣਾ ਬੰਦ ਕਰ ਦਿਆਂਗੇ, ਪਰ ਉੱਥੇ ਇੱਕ ਛੋਟਾ ਕੂਟਨੀਤਿਕ ਮਿਸ਼ਨ ਹੈ ਜਿਹੜਾ ਉਹ ਅਸੀਂ ਜਾਰੀ ਰੱਖਾਂਗੇ। ਅਫਗਾਨ ਨਾਗਰਿਕਾਂ ਦੇ ਲਈ ਭਾਰਤ ਸਰਕਾਰ ਨੇ ਨਵੇਂ ਸ਼੍ਰੇਣੀ ਦੇ ਵੀਜ਼ਾ ਦਾ ਵੀ ਐਲਾਨ ਕਰ ਦਿੱਤਾ ਹੈ। ਅਫਗਾਨਿਸਤਾਨ ਤੋਂ ਭਾਰਤ ਆਉਣ ਦੇ ਇੱਛੁਕ ਨਾਗਰਿਕਾਂ ਦੇ ਲਈ ਭਾਰਤ ਨੇ ਵਿਸ਼ੇਸ਼ ਵੀਜ਼ਾ ਸ਼ੁਰੂ ਕੀਤਾ ਹੈ। ਗ੍ਰਹਿ ਮੰਤਰਾਲੇ ਦੇ ਬੁਲਾਰੇ ਮੁਤਾਬਿਕ ਇਸ ਵੀਜ਼ਾ ਨੂੰ ਐਮਰਜੈਂਸੀ ਐਕਸਮਿਸਲੇਨੀਅਸ ਵੀਜ਼ਾ ਦਾ ਨਾਮ ਦਿੱਤਾ ਗਿਆ। ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਅਫਗਾਨ ਨਾਗਰਿਕ ਇਸ ਵੀਜ਼ੇ ਦੇ ਲਈ ਅਪਲਾਈ ਕਿਵੇਂ ਕਰਨਗੇ। ਸੋ ਅਸੀਂ ਜ਼ਰੂਰ ਕਹਾਂਗੇ ਕਿ ਤੁਸੀਂ ਉਹਦੇ ਲਈ ਜਿਹੜਾ ਹੈਗਾ ਭਾਰਤ ਸਰਕਾਰ ਦੇ ਸੰਬੰਧਿਤ ਜਿਹੜਾ ਵਿਭਾਗ ਹੈ ਉਸ ਨੂੰ ਫੋਲੋ ਕਰਦੇ ਰਹੋ ਇੰਟਰਨੈਟ ਦੇ ਜ਼ਰੀਏ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅਪਲਾਈ ਹੈ ਜਿਹੜਾ ਉਹ ਕਿਵੇਂ ਕਰਨਾ ਹੈ। ਇਸੇ ਦਰਮਿਆਨ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਨੇ ਅਪੀਲ ਕੀਤੀ ਹੈ ਕਿ ਜਿਹੜੇ ਪੂਰੀ ਦੁਨੀਆ ਦੇ ਮੁਲਕ ਹੈਗੇ ਨੇ ਉਹ ਸ਼ਰਨਾਰਥੀਆਂ ਨੂੰ ਸ਼ਰਨ ਦੇਣ ਤੇ ਦੇਸ਼ ਨਿਕਾਲਾ ਨਾ ਦੇਣ ਜਿਹੜੇ ਕਿ ਅਫਗਾਨ ਤੋਂ ਆਏ ਹੋਏ ਨੇ। ਯਾਨੀ ਕਿ ਦੁਨੀਆ ਦੇ ਜਿਹੜੇ ਵੀ ਮੁਲਕ ਦੇ ਵਿੱਚ ਅਫਗਾਨਿਸਤਾਨ ਦੇ ਲੋਕ ਜਾਣਗੇ ਉਹਨਾਂ ਨੂੰ ਆਪਣੇ ਮੁਲਕ ਦੇ ਵਿੱਚ ਤੁਸੀਂ ਰੱਖੋ। ਇਹ ਸੰਯੁਕਤ ਰਾਸ਼ਟਰ ਨੇ ਅਪੀਲ ਕੀਤੀ ਹੈ। ਸੰਯੁਕਤ ਰਾਸ਼ਟਰ ਦੇ ਮੁਤਾਬਿਕ 4 ਲੱਖ ਅਫਗਾਨੀ ਇਸ ਸਾਲ ਬੇਘਰ ਹੋ ਗਏ ਨੇ। ਹਜ਼ਾਰਾਂ ਅਫਗਾਨੀ ਈਰਾਨ ਰਾਹੀਂ ਤੁਰਕੀ ਜਾ ਰਹੇ ਨੇ। ਕੁਝ ਅਫਗਾਨੀਆਂ ਨੇ ਉਜ਼ਬੇਕਿਸਤਾਨ ਦੇ ਵਿੱਚ ਸ਼ਰਨ ਲਈ ਹੈ। ਕੈਨੇਡਾ ਨੇ ਐਲਾਨ ਕੀਤਾ ਕਿ ਅਸੀਂ ਔਰਤਾਂ ਸਮੇਤ 20,000 ਅਫਗਾਨ ਸ਼ਰਨਾਰਥੀਆਂ ਨੂੰ ਆਪਣੇ ਦੇਸ਼ ਦੇ ਵਿੱਚ ਥਾਂ ਦੇਵਾਂਗੇ। ਅਮਰੀਕਾ ਨੇ ਵੀ ਲਗਭਗ 1200 ਲੋਕਾਂ ਨੂੰ ਹੁਣ ਤੱਕ ਖਾਸ ਵੀਜ਼ਾ ਦੇ ਦਿੱਤਾ ਹੈ। 3500 ਹੋਰ ਅਫਗਾਨੀ ਨਾਗਰਿਕਾਂ ਨੂੰ ਅਮਰੀਕਾ ਬਾਹਰ ਕੱਢ ਕੇ ਲੈ ਕੇ ਆਵੇਗਾ।
ਯੂਕੇ ਨੇ ਵੀ ਅਮਰੀਕੀ ਅਤੇ ਨੈਟੋ ਸੁਰੱਖਿਆ ਬਲਾਂ ਦੇ ਲਈ ਕੰਮ ਕਰਨ ਵਾਲੇ ਦੁਭਾਸ਼ੀਆਂ ਨੂੰ ਆਪਣੇ ਦੇਸ਼ ਦੇ ਵਿੱਚ ਸ਼ਰਨ ਦੇ ਦਿੱਤੀ ਹੈ। ਹੁਣ ਅਫਗਾਨਿਸਤਾਨ ਦੇ ਵਿੱਚ ਜਿਹੜੇ ਸਿੱਖ ਅਤੇ ਹਿੰਦੂ ਨੇ ਉਹਨਾਂ ਦੇ ਬਾਰੇ ਕੀ ਖਬਰ ਹੈ, ਬੜੀ ਅਹਿਮ ਖਬਰ ਤੁਹਾਨੂੰ ਦੱਸ ਦਿੰਨੇ ਆ। ਅਫਗਾਨੀ ਸਿੱਖਾਂ ਨੇ ਗੁਰਦੁਆਰਾ ਕਰਤੇ ਪ੍ਰਵਾਨ ਚੋਂ ਇੱਕ ਵੀਡੀਓ ਜਿਹੜਾ ਭੇਜਿਆ ਹੈ, ਜਿਸ ਨੂੰ ਪੱਤਰਕਾਰ ਰਵਿੰਦਰ ਸਿੰਘ ਰੋਬਿਨ ਨੇ ਟਵਿੱਟਰ ਦੇ ਉੱਤੇ ਸਾਂਝਾ ਕੀਤਾ ਹੈ। ਇਹ ਸਿੱਖ ਅਫਗਾਨਿਸਤਾਨ ਦੇ ਵਿੱਚ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਤੇ ਉੱਥੋਂ ਬਾਹਰ ਨਿਕਲਣਾ ਚਾਹੁੰਦੇ ਨੇ। ਦਰਅਸਲ ਜਦੋਂ ਤਾਲਿਬਾਨ ਨੇ ਅਫਗਾਨਿਸਤਾਨ ਤੇ ਕਬਜ਼ਾ ਕੀਤਾ ਤਾਂ ਕਾਬੁਲ ਦੇ ਵਿੱਚ ਜਿਹੜਾ ਕਰਤੇ ਪ੍ਰਵਾਨ ਗੁਰਦੁਆਰਾ ਹੈ ਉਹਦੇ ਵਿੱਚ ਤਕਰੀਬਨ ਸਾਰੇ ਸਿੱਖ ਤੇ ਹਿੰਦੂ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਨੇ ਤੇ ਇਹ ਚਾਹੁੰਦੇ ਨੇ ਕਿ ਅਸੀਂ ਹੁਣ ਵਾਪਸ ਯਾਨੀ ਕਿ ਅਸੀਂ ਹੁਣ ਭਾਰਤ ਜਾਣਾ ਹੈ, ਇੱਥੇ ਨਹੀਂ ਰਹਿਣਾ ਚਾਹੁੰਦੇ, ਇੱਥੋਂ ਬਾਹਰ ਨਿਕਲਣਾ ਚਾਹੁੰਦੇ ਨੇ। ਉਹਨਾਂ ਨੇ ਕੀ ਅਪੀਲ ਕੀਤੀ ਹੈਗੀ ਹੈ ਉਹ ਅਸੀਂ ਤੁਹਾਨੂੰ ਦੱਸ ਦਿੰਨੇ ਆ, ਕਿਉਂਕਿ ਅਪੀਲ ਕਈ ਮੁਲਕਾਂ ਦੀਆਂ ਸਰਕਾਰਾਂ ਨੂੰ ਕੀਤੀ ਹੈ। ਰਵਿੰਦਰ ਸਿੰਘ ਰੋਬਿਨ ਦਾ ਇਹ ਵੀਡੀਓ ਤੁਹਾਨੂੰ ਸੁਣਾਉਂਦੇ ਆ। ਪਿਆਰੀ ਸਾਧ ਸੰਗਤ ਜੀ, ਅਫਗਾਨਿਸਤਾਨ ਦੀ ਸਾਰੀ ਸੰਗਤ ਵੱਲੋਂ ਬੇਨਤੀ ਹੈ ਜੋ ਕਿ ਇੱਥੇ 285 ਸਿੱਖ ਹਿੰਦੂ ਸਾਡੇ ਵੀਰ ਭਰਾ ਅਸੀਂ ਗੁਰਦੁਆਰੇ ਦੇ ਅੰਦਰ ਹਾਂ। ਤੁਸੀਂ ਭਲੀ ਭਾਂਤ ਜਾਣਦੇ ਹੋ ਕਿ 3-4 ਦਿਨ ਤੋਂ ਤਾਲਿਬਾਨ ਕਾਬੁਲ ਆ ਗਏ ਹਨ ਤੇ ਬਾਹਰ ਹਾਲਾਤ ਬਹੁਤ ਨਾਜ਼ੁਕ ਹਨ। ਸਾਡੇ ਕੋਲ ਆਏ ਵੀ ਸਾਨੂੰ ਨਹੀਂ ਤੇ ਹਾਲਾਤ ਬਹੁਤ ਖਰਾਬ ਹਨ। ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਨੂੰ ਜਿੰਨਾ ਜਲਦੀ ਹੋ ਸਕੇ ਯੂਨਾਈਟਿਡ ਸਿੱਖ ਆਰਗੇਨਾਈਜੇਸ਼ਨ ਤੇ USA ਕੈਨੇਡਾ ਸਿੱਖਾਂ ਨੂੰ ਬੇਨਤੀ ਹੈ ਕਿ ਸਾਨੂੰ ਇਧਰੋਂ ਕੈਨੇਡਾ ਜਾਂ ਅਮਰੀਕਾ ਕੱਢਿਆ ਜਾਵੇ। ਅੱਗੋਂ ਕੀ ਹੋ ਸਕਦਾ ਹੈ? ਅੱਗੋਂ ਕੀ ਹੋ ਸਕਦਾ ਹੈ ਕੋਈ ਪਤਾ ਨਹੀਂ ਹੈ। ਹਾਲਾਤ ਬਹੁਤ ਖਰਾਬ ਹਨ। ਜਿਹੜੇ ਤੁਸੀਂ 에어ਪੋਰਟ ਦੀ ਵੀਡੀਓ ਦੇਖ ਰਹੇ ਹੋ ਕਿ ਇੱਥੇ ਦੇ ਰਹਿਣ ਵਾਲੇ ਵਾਸੀ ਵੀ ਕਿਸ ਤਰ੍ਹਾਂ ਜਹਾਜ਼ਾਂ ਤੋਂ ਡਿੱਗ ਰਹੇ ਹਨ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ, ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਸੀਂ ਗੁਰਦੁਆਰੇ ਦੇ ਅੰਦਰ ਬੈਠੇ ਹੋਏ ਹਾਂ। ਤੇ ਇਤਨੀ ਇੱਕ ਬੇਨਤੀ ਹੈ ਪਿਆਰੀ ਸਾਧ ਸੰਗਤ ਜੀ, ਹਾਲਾਂਕਿ ਅੱਜ ਸਾਡੀ ਬੇਨਤੀ ਪ੍ਰਵਾਨ ਕੀਤੀ ਜਾਏ। ਇਸੇ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਾਬੁਲ ਹਵਾਈ ਅੱਡੇ ਤੇ ਫਸੇ 22 ਲੋਕਾਂ ਦੇ ਸੰਪਰਕ ਨੰਬਰ ਭਾਰਤੀ ਵਿਦੇਸ਼ ਮੰਤਰਾਲੇ ਦੇ ਨਾਲ ਸਾਂਝੇ ਕਰਦਿਆਂ ਅਪੀਲ ਕੀਤੀ ਹੈ ਕਿ ਇਹਨਾਂ ਲੋਕਾਂ ਨੂੰ ਵੀ ਕਾਬੁਲ ਦੇ ਹਵਾਈ ਅੱਡੇ ਤੋਂ ਕੱਢ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਿਫਟ ਕਰਵਾਇਆ ਜਾਵੇ। ਇਹਨਾਂ ਲੋਕਾਂ ਨੇ ਵੀ ਆਪਣਾ ਵੀਡੀਓ ਹੈ ਜਿਹੜਾ ਉਹ ਸਾਂਝਾ ਕੀਤਾ ਹੈ। ਵੀਡੀਓ ਦੇ ਵਿੱਚ ਇਹ ਦੱਸ ਰਹੇ ਨੇ ਕਿ ਕੋਈ ਵੀ ਫਲਾਈਟ ਹੈ ਜਿਹੜੀ ਉਹ ਸਾਨੂੰ ਨਹੀਂ ਮਿਲ ਰਹੀ, ਕਿਉਂਕਿ ਜਿਹੜੀ ਭਾਰਤ ਤੋਂ ਇੱਕੋ ਇੱਕ ਫਲਾਈਟ ਅਫਗਾਨਿਸਤਾਨ ਨੂੰ ਜਾਂਦੀ ਹੈ ਤੇ ਉੱਥੋਂ ਆਉਂਦੀ ਹੈ 에ਅਰ ਇੰਡੀਆ ਦੀ, ਉਹ ਬੰਦ ਕਰ ਦਿੱਤੀ ਗਈ ਹੈ। ਉਹ ਕਹਿੰਦੇ ਨੇ ਕਿ ਅਸੀਂ ਉਡੀਕਦੇ ਰਹੇ 12:30 ਵਜੇ ਜੋ ਟਾਈਮ ਸੀ ਫਲਾਈਟ ਦਾ, ਫਲਾਈਟ ਆਵੇਗੀ ਪਰ ਫਲਾਈਟ ਨਹੀਂ ਆਈ ਤੇ ਹੁਣ ਸਾਨੂੰ ਨਹੀਂ ਪਤਾ ਲੱਗ ਰਿਹਾ ਅਸੀਂ ਕਿੱਥੇ ਜਾਣਾ ਹੈ, ਭਾਰਤ ਵਾਪਸ ਕਿਵੇਂ ਜਾਣਾ ਹੈ। ਸੋ सिरसा ने ये अपील है जी विदेश मंत्रालय ਨੂੰ ਕੀਤੀ है। अफगानिस्तान के अंदर जो 320 लोग गुरुद्वारा काबुल के अंदर शरण लिए हुए हैं, इसमें से कुछ लोग लोकल वहीं के रहने वाले हैं और कुछ लोग बाकी गुरुद्वारों से गजनी और जलालाबाद सर चलकर वहां पहुंचे हैं। वहां के एयरपोर्ट के ऊपर भी बहुत सारे लोग फंसे हैं। रात को जब मेरी बात हुई 17 लोग थे जिनसे मेरी बातचीत हो रही थी, उसके बाद 5 लोग और उनको मिले, 22 लोग हो गए। तालिबान के जो वहां पे कमांडर थे उन्होंने सारा एयरपोर्ट को खाली करा लिया। इन लोगों को अच्छा अभी तक बर्ताव किया गया, लेकिन वो बहुत दहशत में हैं, डरे हुए हैं। वो ये जानते हैं कि जब ये सत्ता परिवर्तन प्रॉपर हो जाएगा उसके बाद उनकी जान पे बहुत बड़ा खतरा बनाएगा। एम्बेसी के आसपास के होटलों में वो रुके हुए हैं। किसी ने किसी जगह शरण ले रखी है, किसी ने कहाँ शरण ले रखी है, लेकिन अभी तक उनका कोई भी संपर्क किसी से भी वहां पर नहीं हो पा रहा। मैं विदेश मंत्रालय से भी आग्रह करता हूं, मैं उनका नंबर भी आपसे शेयर करता हूं, विदेश मंत्रालय जी के जॉइंट सेक्रेटरी साहब से शेयर कर रहा हूं ताकि उनसे बातचीत करके मैं कोशिश कर रहा हूं कि उनको सबको गुरुद्वारे में शिफ्ट किया जाए। लेकिन वहां के हालात भी इस तरह के नहीं है, वहां पे मूवमेंट भी बड़ी रिस्ट्रिक्टेड है और ऐसे हालातों के अंदर दहशत का माहौल बहुत ज्यादा, सबको अपनी जान का बहुत बड़ा डर बना हुआ है। हम कामना करते हैं, उम्मीद करते हैं और प्रार्थना करते हैं कि हमारे भाई वहां पे सुरक्षित घर वापस लौट आएंगे। इन्हां अपीलों के दरमियान भारत के विदेश मंत्री डॉक्टर एस जयशंकर ने ट्वीट करदिआं कहा कि भारत सरकार काबुल दे विच मौजूद हिंदू ते सिख भाईचारे के लीडरां दे नाल संपर्क दे विच है। इस तो एक दिन पहला सोमवार नूं पंजाब के मुख मंत्री कैप्टन अमरिंदर सिंह ने भी भारतीय विदेश मंत्रालय नूं उत्थे वास्ते सिखां ते हिंदुआं दी सुरक्षा दी अपील है जिहड़ी ओह कीती सी। मार्च 2020 दे विच काबुल दे गुरुद्वारे ते अतवादी हमला होया सी, जिस विच कई सिखां दी मौत हो गई सी ते हिंदू सिख भाईचारे दे कुछ लोग ने जिहड़े ओह अफगानिस्तान नूं छड्ड के दिल्ली आके वस गए सी। अफगानी परिवार ने जिहड़े
ਪਿਛਲੇ 30 ਸਾਲਾਂ ਦੇ ਵਿੱਚ ਹੌਲੀ-ਹੌਲੀ ਮੂਵ ਕੀਤੇ ਨੇ ਹੋਰ ਮੁਲਕਾਂ ਦੇ ਵਿੱਚ। ਉਹਨਾਂ ਦੇ ਵਿੱਚੋਂ ਕੁਝ ਪਰਿਵਾਰ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਵੀ ਰਹਿੰਦੇ ਨੇ। ਇਸ ਵਕਤ ਚਿੰਤਾ ਦੇ ਵਿੱਚ ਨੇ ਕਿਉਂਕਿ ਨਾ ਹੀ ਤਾਂ ਉਹਨਾਂ ਦੇ ਪਰਿਵਾਰ ਵਾਲਿਆਂ ਦੇ ਨੰਬਰ ਮਿਲ ਰਹੇ ਨੇ, ਨਾ ਹੀ ਕੋਈ ਸੰਪਰਕ ਹੋਰ ਤਰੀਕੇ ਦੇ ਨਾਲ ਹੋ ਪਾ ਰਿਹਾ ਹੈ ਤੇ ਉਹ ਚਿੰਤਤ ਨੇ, ਅਰਦਾਸਾਂ ਕਰ ਰਹੇ ਨੇ ਕਿ ਉਹਨਾਂ ਦੇ ਦੋਸਤ ਮਿੱਤਰ ਰਿਸ਼ਤੇਦਾਰ ਜਿਹੜੇ ਉੱਥੇ ਰਹਿੰਦੇ ਨੇ ਉਹ ਸਾਰੇ ਠੀਕ ਠਾਕ ਰਹਿਣ। ਇਸੇ ਦਰਮਿਆਨ ਵੱਡੀ ਖਬਰ ਇਹ ਹੈ ਕਿ ਫੇਸਬੁੱਕ ਨੇ ਤਾਲਿਬਾਨ ਨੂੰ ਬੈਨ ਕਰ ਦਿੱਤਾ ਹੈ, ਇਹ ਕਹਿ ਕੇ ਕਿ ਅਮਰੀਕੀ ਕਾਨੂੰਨ ਦੇ ਤਹਿਤ ਇਹ ਇੱਕ ਅੱਤਵਾਦੀ ਜਥੇਬੰਦੀ ਹੈ। ਅਫਗਾਨਿਸਤਾਨ ਦੇ ਵਿੱਚ ਤਾਲਿਬਾਨ ਬੇਸ਼ੱਕ ਖੁਦ ਨੂੰ ਨਵੀਂ ਸਰਕਾਰ ਦੇ ਤੌਰ ਤੇ ਪੇਸ਼ ਕਰ ਰਹੇ ਹੋਣ, ਪਰ ਫੇਸਬੁੱਕ ਨੇ ਇੱਕ ਵੱਡਾ ਫੈਸਲਾ ਲੈ ਲਿਆ। ਫੇਸਬੁੱਕ ਨੇ ਕਿਹਾ ਕਿ ਅਮਰੀਕੀ ਕਾਨੂੰਨ ਦੇ ਤਹਿਤ ਜੇ ਇਹ ਇੱਕ ਅੱਤਵਾਦੀ ਜਥੇਬੰਦੀ ਹੈ ਤਾਂ ਇਸ ਲਈ ਸਾਡੀ ਸਰਵਿਸ ਦੇ ਵਿੱਚ ਇਹ ਬੈਨ ਰਹਿਣਗੇ, ਪਾਬੰਦ ਰਹਿਣਗੇ। ਫੇਸਬੁੱਕ ਦੀਆਂ ਨੀਤੀਆਂ ਦੇ ਮੁਤਾਬਿਕ ਕਿਸੇ ਵੀ ਅੱਤਵਾਦੀ ਜਥੇਬੰਦੀ ਨੂੰ ਪਲੇਟਫਾਰਮ ਤੇ ਥਾਂ ਨਹੀਂ ਦਿੱਤੀ ਜਾ ਸਕਦੀ। ਤਾਲਿਬਾਨ ਜਾਂ ਤਾਲਿਬਾਨ ਦੇ ਨਾਲ ਜੁੜੇ ਕਿਸੇ ਵੀ ਅਕਾਊਂਟ ਜਾਂ ਪੋਸਟ ਨੂੰ ਫੇਸਬੁੱਕ ਤੇ ਥਾਂ ਨਹੀਂ ਮਿਲੇਗੀ। ਅਸੀਂ ਉਹਨਾਂ ਦੁਆਰਾ ਮੇਨਟੇਨ ਕੀਤੇ ਜਾ ਰਹੇ ਅਕਾਊਂਟਸ ਨੂੰ ਹਟਾ ਰਹੇ ਹਾਂ, ਇਹ ਫੇਸਬੁੱਕ ਨੇ ਕਿਹਾ। ਫੇਸਬੁੱਕ ਨੇ ਆਪਣੇ ਇਸ ਨਿਯਮ ਦਾ ਪਾਲਣ ਕਰਨ ਦੇ ਲਈ ਕਮਰ ਵੀ ਕੱਸ ਲਈ ਹੈ। ਫੇਸਬੁੱਕ ਨੇ ਦੱਸਿਆ ਕਿ ਸਾਡੇ ਅਫਗਾਨਿਸਤਾਨ ਦੇ ਵਿੱਚ ਕਈ ਐਕਸਪਰਟ ਜਿਹੜੇ ਮੌਜੂਦ ਨੇ ਜੋ ਕਿ ਉੱਥੋਂ ਦੀ ਭਾਸ਼ਾ ਪਸ਼ਤੋ ਜਾਂ ਡਾਰੀ ਜਾਣਦੇ ਨੇ, ਜੋ ਸਾਨੂੰ ਮੰਚ ਤੇ ਉਭਰਦੇ ਮੁੱਦਿਆਂ ਨੂੰ ਪਛਾਣਨ ਅਤੇ ਸੁਚੇਤ ਰਹਿਣ ਦੇ ਵਿੱਚ ਮਦਦ ਕਰਦੇ ਨੇ। ਸੋ ਫੇਸਬੁੱਕ ਦੇ ਇਸ ਐਲਾਨ ਤੋਂ ਬਾਅਦ ਤਾਲਿਬਾਨ ਦਾ ਕੀ ਰੁਖ ਰਹੇਗਾ ਇਹ ਵੀ ਜਾਣਨਾ ਅਹਿਮ ਰਹੇਗਾ, ਪਰ ਹਾਲੇ ਤੱਕ ਖਬਰਾਂ ਪੜਨ ਤੱਕ ਕੋਈ ਰਿਐਕਸ਼ਨ ਨਹੀਂ ਆਇਆ ਸੀ। ਇਸ ਦਰਮਿਆਨ ਅਫਗਾਨਿਸਤਾਨ ਦੇ ਸਾਬਕਾ ਉਪ ਰਾਸ਼ਟਰਪਤੀ ਨੇ ਵੀ ਨਵੇਂ ਯੁੱਧ ਦੇ ਲਈ ਐਲਾਨ ਕਰ ਦਿੱਤਾ ਹੈ। ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ, ਜਿਨ੍ਹਾਂ ਨੂੰ ਹੁਣ ਸਾਬਕਾ ਹੀ ਕਿਹਾ ਜਾਏਗਾ ਕਿਉਂਕਿ ਤਾਲਿਬਾਨ ਨੇ ਕਬਜ਼ਾ ਕਰ ਲਿਆ, ਅਮਰੁੱਲਾ ਨੇ ਕਿਹਾ ਕਿ ਸਾਡੀ ਸਰਕਾਰ ਭਾਵੇਂ ਕਮਜ਼ੋਰ ਪੈ ਗਈ ਤੇ ਤਾਲਿਬਾਨ ਨੇ ਕਬਜ਼ਾ ਕਰ ਲਿਆ ਹੈ ਰਾਜਧਾਨੀ ਕਾਬੁਲ ਤੇ, ਪਰ ਮੈਂ ਸਮਰਪਣ ਨਹੀਂ ਕਰਨ ਵਾਲਾ। ਅਜਿਹਾ ਲੱਗਦਾ ਹੈ ਕਿ ਉਹ ਦੇਸ਼ ਵਿੱਚ ਆਪਣੇ ਅੰਤਿਮ ਟਿਕਾਣੇ ਕਾਬੁਲ ਦੇ ਪੂਰਬ ਉੱਤਰ ਦੇ ਵਿੱਚ ਸਥਿਤ ਪੰਜਸ਼ੀਰ ਘਾਟੀ ਵੱਲ ਕੂਚ ਕਰ ਗਏ ਨੇ। ਪਤਾ ਕੁਛ ਕਿਸੇ ਨੂੰ ਨਹੀਂ ਹੈ ਕਿ ਉਪ ਰਾਸ਼ਟਰਪਤੀ ਵੀ ਕਿੱਧਰ ਨੂੰ ਗਏ ਨੇ, ਪਰ ਉਹਨਾਂ ਦੇ ਕਹਿਣ ਦੇ ਮੁਤਾਬਿਕ ਉਹ ਦੇਸ਼ ਦੇ ਵਿੱਚ ਹੀ ਮੌਜੂਦ ਨੇ। ਅੰਡਰਗਰਾਉਂਡ ਹੋਣ ਤੋਂ ਪਹਿਲਾਂ ਸਾਲੇ ਨੇ ਟਵਿੱਟਰ ਦੇ ਉੱਤੇ ਲਿਖਿਆ ਕਿ ਮੈਂ ਉਹਨਾਂ ਲੱਖਾਂ ਲੋਕਾਂ ਨੂੰ ਨਿਰਾਸ਼ ਨਹੀਂ ਕਰੂੰਗਾ ਜਿਨ੍ਹਾਂ ਨੇ ਮੈਨੂੰ ਚੁਣਿਆ। ਮੈਂ ਤਾਲਿਬਾਨ ਦੇ ਨਾਲ ਕਦੇ ਵੀ ਨਹੀਂ ਜੁੜਾਂਗਾ, ਕਦੇ ਵੀ ਨਹੀਂ। ਤੇ ਤਾਲਿਬਾਨ ਨੇ ਜਿਹੜਾ ਤਾਜ਼ਾ ਬਿਆਨ ਜਾਰੀ ਕੀਤਾ ਹੈ ਉਸ ਦੇ ਨਾਲ ਲੋਕਾਂ ਨੂੰ ਰਾਹਤ ਅਤੇ ਬੀਬੀਆਂ ਨੂੰ ਵੀ ਥੋੜੀ ਜਿਹੀ ਸੰਤੁਸ਼ਟੀ ਹੈ ਜਿਹੜੀ ਜ਼ਰੂਰ ਮਿਲ ਸਕਦੀ ਹੈ, ਕਿਉਂਕਿ ਅਫਗਾਨਿਸਤਾਨ ਨੇ ਸਰਕਾਰੀ ਟੀਵੀ ਤੇ ਦਿੱਤੇ ਇੰਟਰਵਿਊ ਦੇ ਵਿੱਚ ਤਾਲਿਬਾਨ ਦੇ ਸਾਰੇ ਲੋਕਾਂ ਨੂੰ ਮਾਫੀ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਸਾਰੇ ਲੋਕਾਂ ਨੂੰ ਆਪੋ ਆਪਣੇ ਕੰਮਕਾਰਾਂ ਤੇ ਵਾਪਸ ਆਉਣ ਦੀ ਅਪੀਲ ਵੀ ਕੀਤੀ ਹੈ। ਇਹ ਵੀ ਕਿਹਾ ਹੈ ਤਾਲਿਬਾਨ ਨੇ ਕਿ ਅਸੀਂ ਨਹੀਂ ਚਾਹੁੰਦੇ ਕਿ ਔਰਤਾਂ ਨੂੰ ਕਿਸੇ ਵੀ ਕਿਸਮ ਦੀ ਸਮੱਸਿਆ ਆਵੇ, ਇਸ ਲਈ ਤਾਲਿਬਾਨ ਉਹਨਾਂ ਨੂੰ ਸਰਕਾਰ ਦਾ ਹਿੱਸਾ ਬਣਨ ਲਈ ਗੁਜ਼ਾਰਿਸ਼ ਕਰਦੀ ਹੈ। ਯਾਨੀ ਕਿ ਬਹੁਤ ਵੱਡਾ ਆਪਾਂ ਕਹਿ ਸਕਦੇ ਹਾਂ ਕਿ ਬਹੁਤ ਹੀ ਹੈਰਾਨੀਜਨਕ ਬਿਆਨ ਹੈ। ਤਾਲਿਬਾਨ ਕਹਿ ਰਿਹਾ ਕਿ ਅਸੀਂ ਸਰਕਾਰ ਦੇ ਵਿੱਚ ਵੀ ਔਰਤਾਂ ਨੂੰ ਸ਼ਾਮਿਲ ਕਰਾਂਗੇ। ਤਾਲਿਬਾਨ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਮਾਫੀ ਦੇਣ ਦਾ ਐਲਾਨ ਕਰਦੇ ਹੋਏ ਕਿਹਾ ਕਿ ਤੁਸੀਂ ਪੂਰੇ ਭਰੋਸੇ ਨਾਲ ਆਪਣੇ ਕੰਮ ਤੇ ਵਾਪਸ ਆ ਸਕਦੇ ਹੋ। ਤੇ ਇਹ ਐਲਾਨ ਉਸ ਵਕਤ ਕੀਤਾ ਗਿਆ ਜਦੋਂ ਅਮਰੀਕੀ ਫੌਜ ਦੇ ਲਈ ਕੰਮ ਕਰ ਚੁੱਕੇ ਦੁਭਾਸ਼ੀਏ ਪੱਛਮੀ ਦੇਸ਼ਾਂ ਦੇ ਵੱਲੋਂ ਸਮਰਥਿਤ ਸੰਸਥਾਵਾਂ ਦੇ ਕਰਮਚਾਰੀ ਅਤੇ ਸਰਕਾਰੀ ਕਰਮਚਾਰੀ ਇਸ ਗੱਲ ਤੋਂ ਡਰ ਰਹੇ ਨੇ ਕਿ ਤਾਲਿਬਾਨ ਉਹਨਾਂ ਤੋਂ ਬਦਲਾ ਲਵੇਗਾ। ਪਰ ਤਾਲਿਬਾਨ ਨੇ ਪੂਰਾ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਕੰਮਾਂ ਤੇ ਵਾਪਸ ਆਓ। ਹੋ ਸਕਦਾ ਹੈ ਕਿ ਤਾਲਿਬਾਨ ਇਸ ਵਾਰ ਆਪਣੀ ਜ਼ਿੰਮੇਵਾਰੀ ਕਾਫੀ ਸਮਝ ਰਿਹਾ ਹੈ। ਕੱਲ ਵੀ ਤਾਲਿਬਾਨ ਨੇ ਕਿਹਾ ਸੀ, ਉਹਨਾਂ ਦੇ ਲੀਡਰਾਂ ਨੇ ਕਿਹਾ ਸੀ ਕਿ ਅਸੀਂ ਇੱਥੋਂ ਤੱਕ ਪਹੁੰਚਾਂਗੇ, ਸਾਨੂੰ ਯਕੀਨ ਨਹੀਂ ਸੀ। ਸੋ ਹੁਣ ਹੋ ਸਕਦਾ ਹੈ ਕਿ ਤਾਲਿਬਾਨ ਸਮਝਦਾਰੀ ਤੋਂ ਕੰਮ ਲੈ ਰਿਹਾ ਹੋਵੇ ਕਿ ਹੁਣ ਜੇ ਸਾਡੇ ਹੱਥ ਦੇ ਵਿੱਚ ਸੱਤਾ ਆਈ ਹੈ ਤਾਂ ਅਸੀਂ ਇਸ ਨੂੰ ਚਲਾਉਣਾ ਕਿਵੇਂ ਹੈ, ਅਸੀਂ ਲੋਕਾਂ ਦੇ ਦਿਲ ਜਿੱਤਣੇ ਕਿਵੇਂ ਨੇ, ਕਿਉਂਕਿ ਰਾਜ ਜਿਹੜਾ ਉਹਨਾਂ ਨੇ ਖੋਇਆ ਹੈ, ਰਾਜ ਦੇ ਉੱਤੇ ਕਬਜ਼ਾ ਕੀਤਾ ਹੈ, ਉਹ ਹਥਿਆਰਾਂ ਦੇ ਨਾਲ ਹੀ ਕੀਤਾ ਹੈ ਤੇ ਹੁਣ ਵੱਡੀ ਚੁਣੌਤੀ ਹੈ ਲੋਕਾਂ ਦੇ ਦਿਲ ਜਿੱਤਣ ਦੀ। ਤੇ ਤਾਲਿਬਾਨ ਦੇ ਇਸ ਬਿਆਨ ਤੋਂ ਬਾਅਦ ਹੁਣ ਅਫਗਾਨਿਸਤਾਨ ਦੇ ਇੱਕ ਵੱਡੇ ਟੀਵੀ ਚੈਨਲ ਟੋਲੋ ਨਿਊਜ਼ ਤੇ ਇੱਕ ਵਾਰ ਫਿਰ ਤੋਂ ਜਿਹੜੀਆਂ ਫੀਮੇਲ ਐਂਕਰਸ ਵੀ ਨਜ਼ਰ ਆਉਣ ਲੱਗੀਆਂ ਨੇ। ਐਤਵਾਰ ਨੂੰ ਜਦੋਂ ਤਾਲਿਬਾਨ ਨੇ ਕਾਬੁਲ ਦੇ ਉੱਤੇ ਕਬਜ਼ਾ ਕੀਤਾ ਸੀ ਤਾਂ ਉੱਥੋਂ ਦੇ ਸਾਰੇ ਟੀਵੀ ਚੈਨਲਾਂ ਦੇ ਉੱਤੇ ਫੀਮੇਲ ਐਂਕਰਸ ਨੇ ਜਿਹੜੀਆਂ ਉਹ ਬਿਲਕੁਲ ਦਿਖਣੀਆਂ ਬੰਦ ਹੋ ਗਈਆਂ ਸੀ। ਅਫਗਾਨਿਸਤਾਨ ਦੇ ਸਰਕਾਰੀ ਟੀਵੀ ਚੈਨਲ ਦੀਆਂ ਤਸਵੀਰਾਂ ਵੀ ਸਾਂਝੀਆਂ ਹੋਣ ਲੱਗੀਆਂ ਸੀ ਜਿਨ੍ਹਾਂ ਦੇ ਵਿੱਚ ਇੱਕ ਪੁਰਸ਼ ਪ੍ਰੈਜ਼ੈਂਟਰ ਤਾਲਿਬਾਨ ਦੇ ਝੰਡੇ ਦੇ ਮੂਹਰੇ ਬੈਠਾ ਸੀ, ਉਹਦੇ ਸਾਹਮਣੇ ਬੈਠਾ ਸੀ। ਪਰ ਮੰਗਲਵਾਰ ਨੂੰ ਟੋਲੋ ਨਿਊਜ਼ ਦੇ ਮੁਖੀ ਮਿਰਾਕਾ ਪੋਪਲ ਨੇ ਇੱਕ ਟਵੀਟ ਸ਼ੇਅਰ ਕੀਤਾ ਹੈ ਜਿਸ ਵਿੱਚ ਇੱਕ ਫੀਮੇਲ ਪ੍ਰੈਜ਼ੈਂਟਰ ਸਟੂਡੀਓ ਦੇ ਵਿੱਚ ਤਾਲਿਬਾਨ ਦੀ ਮੀਡੀਆ ਟੀਮ ਦੇ ਇੱਕ ਮੈਂਬਰ ਦਾ ਲਾਈਵ ਇੰਟਰਵਿਊ ਲੈ ਰਹੀ ਹੈ। ਇਸ ਤੋਂ ਬਾਅਦ
ਇੱਕ ਹੋਰ ਤਸਵੀਰ ਸਾਂਝੀ ਕੀਤੀ ਜਿਸ ਵਿੱਚ ਇੱਕ ਫੀਮੇਲ ਹਿਜਾਬ ਪਹਿਨੇ ਹੋਏ ਨਿਊਜ਼ ਰੂਮ ਦੇ ਵਿੱਚ ਸਵੇਰ ਦੀ ਮੀਟਿੰਗ ਕਰਦੀ ਦਿਖਾਈ ਦਿੰਦੀ ਹੈ। ਟੋਲੋ ਨਿਊਜ਼ ਦੀ ਮਾਲਕ ਕੰਪਨੀ ਮੋਬੀ ਗਰੁੱਪ ਦੇ ਨਿਰਦੇਸ਼ਕ ਸਾਦ ਮੁਹਸੈਨੀ ਨੇ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਤੇ ਉਹਨਾਂ ਦੇ ਨਾਲ ਹੀ ਇੱਕ ਮਹਿਲਾ ਰਿਪੋਰਟਰ ਦੀ ਅਫਗਾਨਿਸਤਾਨ ਦੀਆਂ ਸੜਕਾਂ ਤੇ ਰਿਪੋਰਟਿੰਗ ਕਰਦਿਆਂ ਦੀ ਤਸਵੀਰ ਵੀ ਟਵੀਟ ਕੀਤੀ ਹੈ। ਨਾਲ ਹੀ ਉਹਨਾਂ ਨੇ ਲਿਖਿਆ ਕਿ ਟੋਲੋ ਨਿਊਜ਼ ਅਤੇ ਤਾਲਿਬਾਨ ਇੱਕ ਵਾਰ ਫਿਰ ਤੋਂ ਇਤਿਹਾਸ ਬਣਾਉਂਦੇ ਹੋਏ। ਤਾਲਿਬਾਨ ਦੇ ਸੀਨੀਅਰ ਪ੍ਰਤੀਨਿਧੀ ਅਬਦੁਲ ਹਕ ਹਮਾਦ ਅੱਜ ਸਵੇਰੇ ਸਾਡੀ ਪ੍ਰੈਜ਼ੈਂਟਰ ਬਾਹਿਸ਼ਤਾ ਦੇ ਨਾਲ ਗੱਲਬਾਤ ਕਰਦੇ ਹੋਏ 2 ਦਹਾਕੇ ਪਹਿਲਾਂ ਜਦੋਂ ਉਹ ਸੱਤਾ ਵਿੱਚ ਪਹਿਲੀ ਵਾਰੀ ਆਏ ਸੀ ਤਾਂ ਇਹ ਸੋਚਣਾ ਵੀ ਨਾਮੁਮਕਿਨ ਸੀ ਕਿ ਉਹ ਔਰਤਾਂ ਦੇ ਨਾਲ ਜਾਂ ਔਰਤਾਂ ਉੱਥੇ ਮੀਡੀਆ ਦੇ ਵਿੱਚ ਕੰਮ ਕਰ ਸਕਦੀਆਂ ਨੇ। 20 ਸਾਲ ਪਹਿਲਾਂ ਜਦੋਂ ਅਫਗਾਨਿਸਤਾਨ ਦੀ ਸੱਤਾ ਦੇ ਵਿੱਚ ਤਾਲਿਬਾਨ ਸੀ ਤਾਂ ਉਦੋਂ ਔਰਤਾਂ ਦੇ ਉੱਤੇ ਬਹੁਤ ਹੀ ਸਖਤ ਪਾਬੰਦੀਆਂ ਲਾਈਆਂ ਗਈਆਂ ਸੀ। ਸੋਮਵਾਰ ਦੀ ਰਾਤ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਅਫਗਾਨਿਸਤਾਨ ਦੇ ਮੁੱਦੇ ਤੇ ਰਾਸ਼ਟਰ ਨੂੰ ਸੰਬੋਧਨ ਕੀਤਾ ਤੇ ਕਿਹਾ ਕਿ ਅਫਗਾਨੀ ਲੀਡਰ ਪਿੱਠ ਦਿਖਾ ਕੇ ਭੱਜੇ ਨੇ ਤਾਂ ਹੀ ਤਾਲਿਬਾਨ ਨੇ ਕਬਜ਼ਾ ਕੀਤਾ ਹੈ। ਉਹਨਾਂ ਕਿਹਾ ਕਿ ਅਫਗਾਨਿਸਤਾਨ ਦੇ ਵਿੱਚ ਜੋ ਹਾਲਾਤ ਬਣੇ ਨੇ ਉਹਦੇ ਲਈ ਅਫਗਾਨ ਲੀਡਰ ਜ਼ਿੰਮੇਦਾਰ ਨੇ ਜਿਹੜੇ ਮੁਲਕ ਨੂੰ ਛੱਡ ਕੇ ਹੀ ਭੱਜ ਗਏ। ਨਹੀਂ ਅਫਗਾਨ ਦੇ ਫੌਜੀਆਂ ਨੇ ਅਮਰੀਕੀ ਫੌਜੀਆਂ ਤੋਂ ਸਿਖਲਾਈ ਲੈ ਕੇ ਵੀ ਲੜਨ ਦੀ ਹਿੰਮਤ ਨਹੀਂ ਦਿਖਾਈ। ਉਹਨਾਂ ਕਿਹਾ ਕਿ ਮੈਂ ਫੈਸਲੇ ਦੇ ਉੱਤੇ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਅਟਲ ਹਾਂ ਤੇ ਬਾਈਡਨ ਨੇ ਕਿਹਾ ਕਿ ਫੈਸਲਾ ਕਰਕੇ ਮੈਂ ਕੁਝ ਵੀ ਗਲਤ ਨਹੀਂ ਕੀਤਾ। ਬਾਈਡਨ ਨੇ ਕਿਹਾ ਕਿ ਜਦੋਂ ਅਫਗਾਨ ਲੜਨਾ ਹੀ ਨਹੀਂ ਚਾਹੁੰਦਾ ਤਾਂ ਫਿਰ ਅਮਰੀਕੀਆਂ ਨੂੰ ਵੀ ਇਸ ਲੜਾਈ ਵਿੱਚ ਪੈ ਕੇ ਆਪਣੀ ਜਾਨ ਨਹੀਂ ਗਵਾਉਣੀ ਚਾਹੀਦੀ। ਹਾਲਾਂਕਿ ਬਾਈਡਨ ਨੇ ਵੀ ਕਿਹਾ ਕਿ ਜੇਕਰ ਸਾਡੇ ਅਮਰੀਕੀਆਂ ਨੂੰ ਕੁਝ ਹੋਇਆ ਤਾਂ ਨਤੀਜੇ ਬਹੁਤ ਬੁਰੇ ਨਿਕਲਣਗੇ। ਯਾਨੀ ਕਿ ਗੱਲਾਂ ਦੇ ਵਿੱਚ ਤਾਲਿਬਾਨ ਨੂੰ ਧਮਕੀ ਵੀ ਦੇ ਦਿੱਤੀ ਹੈ ਅਮਰੀਕਾ ਨੇ। ਸੋ ਤਾਲਿਬਾਨ ਦੇ ਸੱਤਾ ਤੋਂ ਲਾਉਣ ਤੋਂ ਬਾਅਦ 2001 ਦੇ ਵਿੱਚ ਅਮਰੀਕਾ ਨੇ ਆਪਣੀਆਂ ਜਿਹੜੀਆਂ ਵੱਡੀ ਗਿਣਤੀ ਫੌਜਾਂ ਉੱਥੇ ਤਾਇਨਾਤ ਕੀਤੀਆਂ ਸੀ ਉਹਨਾਂ ਤੇ ਟ੍ਰਿਲੀਅਨਸ ਦੇ ਵਿੱਚ ਖਰਚਾ ਹੋਇਆ। ਇੰਨਾ ਖਰਚਾ ਹੋਣ ਦੇ ਬਾਵਜੂਦ ਵੀ 20 ਸਾਲ ਬਾਅਦ ਤਾਲਿਬਾਨ ਨੇ ਮੁੜ ਅਫਗਾਨਿਸਤਾਨ ਨੂੰ ਹਥਿਆ ਲਿਆ ਹੈ। ਫੌਜਾਂ ਨੇ ਜੰਗ ਕਿਉਂ ਨਹੀਂ ਲੜੀ, ਇਸ ਦੇ ਪਿੱਛੇ ਵੀ ਵੱਡੇ ਸਵਾਲ ਉੱਠ ਰਹੇ ਨੇ। ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਨੇ ਅਫਗਾਨਿਸਤਾਨ ਦੇ ਹਾਲਾਤਾਂ ਤੇ ਚਰਚਾ ਕਰਨ ਦੇ ਲਈ ਇੱਕ ਖਾਸ ਬੈਠਕ ਬੁਲਾਈ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਆਮਣੇ ਸਾਹਮਣੇ ਆ ਗਏ। ਪਾਕਿਸਤਾਨ ਵੀ ਇਸ ਬੈਠਕ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਸੀ ਪਰ ਇੱਕ ਵਾਰ ਫਿਰ ਪਾਕਿਸਤਾਨ ਨੂੰ ਰੋਕ ਦਿੱਤਾ ਗਿਆ। ਪਿਛਲੇ ਹਫ਼ਤੇ ਵੀ ਸੁਰੱਖਿਆ ਪਰਿਸ਼ਦ ਨੇ ਅਫਗਾਨਿਸਤਾਨ ਤੇ ਐਮਰਜੈਂਸੀ ਬੈਠਕ ਬੁਲਾਈ ਸੀ ਪਰ ਪਾਕਿਸਤਾਨ ਨੂੰ ਮੀਟਿੰਗ ਦੇ ਵਿੱਚ ਨਹੀਂ ਆਉਣ ਦਿੱਤਾ ਗਿਆ ਸੀ। ਪਾਕਿਸਤਾਨ ਇਸ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਕਿਉਂਕਿ ਭਾਰਤ ਅਗਸਤ ਮਹੀਨੇ ਦੇ ਲਈ ਸੁਰੱਖਿਆ ਪਰਿਸ਼ਦ ਦੀ ਪ੍ਰਧਾਨਗੀ ਕਰ ਰਿਹਾ ਹੈ। ਭਾਰਤ ਨੇ ਪਾਕਿਸਤਾਨ ਦੇ ਇਲਜ਼ਾਮ ਤੇ ਚੁੱਪੀ ਸਾਧੀ ਹੋਈ ਹੈ ਪਰ ਪਾਕਿਸਤਾਨ ਲਗਾਤਾਰ ਭਾਰਤ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਹੈ। ਭਾਰਤ ਨੇ ਪ੍ਰਧਾਨਗੀ ਲੈਣ ਤੋਂ ਬਾਅਦ 10 ਦਿਨਾਂ ਦੇ ਅੰਦਰ ਸੁਰੱਖਿਆ ਪਰਿਸ਼ਦ ਦੀ ਦੂਸਰੀ ਵਾਰੀ ਅਫਗਾਨਿਸਤਾਨ ਦੇ ਮੁੱਦੇ ਤੇ ਬੈਠਕ ਬੁਲਾਈ ਹੈ। ਅਫਗਾਨਿਸਤਾਨ ਦੇ ਮੁੱਦੇ ਤੇ ਭਾਰਤ ਦੇ ਵਿੱਚ ਕੀ ਕੁਝ ਬਿਆਨ ਦਿੱਤੇ ਜਾ ਰਹੇ ਨੇ। ਭਾਰਤੀ ਭਲਵਾਨ ਬਬੀਤਾ ਫੋਗਾਟ ਨੇ ਵੀ ਅਫਗਾਨਿਸਤਾਨ ਦੇ ਹਾਲਾਤਾਂ ਤੇ ਤਾਜ਼ਾ ਟਵੀਟ ਕੀਤਾ ਹੈ। ਟਵੀਟ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਫੀ ਪ੍ਰਸ਼ੰਸਾ ਕੀਤੀ ਹੈ। ਬਬੀਤਾ ਫੋਗਾਟ ਨੇ ਲਿਖਿਆ ਕਿ ਅਫਗਾਨਿਸਤਾਨ ਦੇ ਵਿੱਚ ਸਸਤਾ ਪੈਟਰੋਲ, ਸਸਤਾ ਡੀਜ਼ਲ ਤੇ ਸਸਤਾ ਪਿਆਜ਼ ਵੀ ਸੀ ਪਰ ਨਰਿੰਦਰ ਮੋਦੀ ਵਰਗਾ ਲੀਡਰ ਨਹੀਂ ਸੀ। ਤੇ ਸੋਸ਼ਲ ਮੀਡੀਆ ਦੇ ਉੱਤੇ ਟਵਿੱਟਰ ਦੇ ਉੱਤੇ ਇਹ ਜਿਹੜਾ ਟਵੀਟ ਹੈ ਵਾਇਰਲ ਹੋ ਰਿਹਾ ਹੈ ਤੇ ਯੂਜ਼ਰਸ ਨੇ ਜਿਹੜੇ ਉਹ ਰਲੀ ਮਿਲੀ ਪ੍ਰਤੀਕਿਰਿਆ ਦੇ ਰਹੇ ਨੇ। ਯਾਨੀ ਕਿ ਕੁਝ ਕੁ ਲੋਕ ਬਬੀਤਾ ਫੋਗਾਟ ਨਾਲ ਸਹਿਮਤ ਵੀ ਨੇ ਪਰ ਜ਼ਿਆਦਾਤਰ ਅਸਹਿਮਤ ਨੇ। ਇਸੇ ਦਰਮਿਆਨ ਸੀਨੀਅਰ ਕਾਂਗਰਸੀ ਲੀਡਰ ਸ਼ਸ਼ੀ ਥਰੂਰ ਨੇ ਟਵਿੱਟਰ ਦੇ ਉੱਤੇ ਅਫਗਾਨਿਸਤਾਨ ਦੇ ਮਸਲੇ ਨੂੰ ਲੈ ਕੇ ਇੱਕ ਵੀਡੀਓ ਸਾਂਝਾ ਕੀਤਾ ਹੈ ਤਾਲਿਬਾਨ ਦਾ ਜਿਹੜੇ ਕਿ ਜਸ਼ਨ ਮਨਾ ਰਹੇ ਨੇ। ਇਹਦੇ ਵਿੱਚ ਬੰਦੂਕ ਵਾਲੇ 2 ਬੰਦਿਆਂ ਨੂੰ ਮਲਿਆਲਮ ਦੇ ਵਿੱਚ ਗੱਲ ਕਰਦਿਆਂ ਸੁਣਿਆ ਜਾ ਸਕਦਾ ਹੈ। ਮਲਿਆਲਮ ਭਾਸ਼ਾ ਜਿਹੜੀ ਉਹ ਕੇਰਲਾ ਦੇ ਵਿੱਚ ਬੋਲੀ ਜਾਂਦੀ ਹੈ ਤੇ ਵੀਡੀਓ ਸਾਂਝਾ ਕਰਦਿਆਂ ਹੋਇਆਂ ਥਰੂਰ ਨੇ ਟਵੀਟ ਕੀਤਾ ਕਿ ਇੰਜ ਲੱਗਦਾ ਹੈ ਕਿ ਘੱਟੋ ਘੱਟ 2 ਮਲਿਆਲੀ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਹੈਗੇ ਨੇ ਤੇ ਇੱਕ ਸੰਸਾਰਿਕ ਕਿੱਟੇ ਮਲਾਇਲੀ ਸ਼ਬਦ ਬੋਲ ਰਿਹਾ ਹੈ ਜਿਹੜਾ ਹੈ ਸੰਸਾਰਿਕ ਕਿੱਟੇ ਤੇ ਦੂਸਰਾ ਵਿਅਕਤੀ ਉਸ ਸ਼ਬਦ ਨੂੰ ਸਮਝ ਵੀ ਰਿਹਾ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਤਾਲਿਬਾਨ ਦਾ ਇੱਕ ਮੈਂਬਰ ਕਾਬੁਲ ਪਹੁੰਚਣ ਤੋਂ ਬਾਅਦ ਖੁਸ਼ੀ ਮਨਾ ਰਿਹਾ ਹੈ ਤੇ ਸ਼ਸ਼ੀ ਥਰੂਰ ਨੇ ਕਾਫੀ ਡੂੰਘੀ ਗੱਲ ਕਹੀ ਹੈ। ਯਾਨੀ ਕਿ ਇਹ ਜਿਹੜਾ ਸਿੱਧਾ ਇਸ਼ਾਰਾ ਇਸ ਗੱਲ ਵੱਲ ਜਾਂਦਾ ਹੈ ਕਿ ਕੇਰਲਾ ਦੇ ਜਿਹੜੇ ਕੁਝ ਨੌਜਵਾਨ ਹੈਗੇ ਨੇ ਉਹ ਤਾਲਿਬਾਨ ਦੇ ਵਿੱਚ ਸ਼ਾਮਿਲ ਨੇ। ਪਿਛਲੇ ਸਮੇਂ ਦੇ ਵਿੱਚ ਵੀ ਅਜਿਹੀਆਂ ਖਬਰਾਂ ਸਾਹਮਣੇ ਆਈਆਂ ਸੀ ਜਦੋਂ ਕੇਰਲਾ ਦੇ ਕੁਝ ਲੋਕ ਨੇ ਜਿਹੜੇ ਉਹ ਅਫਗਾਨਿਸਤਾਨ ਦੇ ਵਿੱਚ ਜਾ ਕੇ ਤਾਲਿਬਾਨ ਜੁਆਇਨ ਕਰ ਗਏ ਸੀ। ਹੁਣ ਪੰਜਾਬ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਖਬਰ ਸੁਖਬੀਰ ਸਿੰਘ ਬਾਦਲ ਦੇ ਐਲਾਨਾਂ ਦੇ ਨਾਲ ਹੀ ਜੁੜੀ ਹੋਈ ਹੈ। ਸੁਖਬੀਰ ਬਾਦਲ ਨੇ ਪਿਛਲੇ 4 ਸਾਲਾਂ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ 132 ਪੇਜਾਂ ਦੀ ਚਾਰਜ ਸ਼ੀਟ ਜਾਰੀ ਕੀਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਚਾਰਜ ਸ਼ੀਟ ਦੇ ਵਿੱਚ ਪੰਜਾਬ ਦੇ ਕਈ ਮੌਜੂਦਾ ਮੰਤਰੀਆਂ ਦੇ ਨਾਮ ਦਾਖਲ ਕੀਤੇ ਨੇ ਜਿਨ੍ਹਾਂ ਨੇ ਵੱਡੇ ਘੁਟਾਲੇ ਕੀਤੇ ਨੇ।
ਸੁਖਬੀਰ ਨੇ ਕਿਹਾ ਕਿ ਪਿਛਲੇ 4 ਸਾਲਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਲੋਕਾਂ ਦੇ ਦੁੱਖ ਦਰਦ ਸੁਣਨ ਲਈ ਪੰਜਾਬ ਦੇ ਕਿਸੇ ਪਿੰਡ ਜਾਂ ਸ਼ਹਿਰ ਪਹੁੰਚੇ ਹੋਣੇ ਤਾਂ ਦੂਰ ਦੀ ਗੱਲ ਹੈ, ਆਪਣੇ ਘਰ ਤੋਂ ਦਫ਼ਤਰ ਤੱਕ ਵੀ ਨਹੀਂ ਗਏ ਹੈਗੇ। ਤੇ ਘੁਟਾਲਿਆਂ ਦੇ ਵਿੱਚ ਉਹਨਾਂ ਨੇ ਸਿਹਤ ਮੰਤਰੀ ਬਲਵੀਰ ਸਿੰਘ ਦਾ ਨਾਮ, ਸਾਧੂ ਸਿੰਘ ਧਰਮਸੋਤ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਹੋਰ ਕਈ ਲੀਡਰਾਂ ਦੇ ਉੱਤੇ ਭ੍ਰਿਸ਼ਟਾਚਾਰ ਅਤੇ ਘਪਲਿਆਂ ਦੇ ਇਲਜ਼ਾਮ ਲਾਏ ਨੇ। ਬਾਦਲ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦੀ ਗੱਠਜੋੜ ਦੀ ਸਰਕਾਰ ਆਏਗੀ ਤਾਂ ਇਹਨਾਂ ਸਾਰੇ ਮੰਤਰੀਆਂ ਨੂੰ ਅਸੀਂ ਜੇਲ੍ਹਾਂ ਦੇ ਵਿੱਚ ਡੱਕ ਦੇਵਾਂਗੇ। ਸੁਖਬੀਰ ਬਾਦਲ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਨਿਸ਼ਾਨਾ ਲਾਉਣਾ ਵੀ ਨਹੀਂ ਭੁੱਲੇ ਤੇ ਇੱਕ ਵੱਡੀ ਗੱਲ ਉਹਨਾਂ ਨੇ ਕਹੀ ਕਿ ਸਾਨੂੰ ਦਿੱਲੀ ਤੋਂ ਹੁਕਮ ਨਹੀਂ ਆਉਂਦੇ ਹੈਗੇ, ਕਿਉਂਕਿ ਇਹਨਾਂ ਦੋਨਾਂ ਪਾਰਟੀਆਂ ਦੇ ਤਾਂ ਆਕਾ ਦਿੱਲੀ ਦੇ ਵਿੱਚ ਬੈਠੇ ਨੇ, ਪਰ ਸਾਨੂੰ ਜਿਹੜਾ ਹੁਕਮ ਹੈ ਉਹ ਪੰਜਾਬ ਦੀ ਜਨਤਾ ਦਿੰਦੀ ਹੈ। ਅਤੇ ਉਹਨਾਂ ਨੇ ਇਹ ਵੀ ਜਿਹੜਾ ਵੱਡਾ ਐਲਾਨ ਕੀਤਾ ਸੁਖਬੀਰ ਬਾਦਲ ਨੇ ਕਿ ਮੈਂ ਜ਼ੀਰਾ ਤੋਂ ਇੱਕ ਆਪਣੀ ਯਾਤਰਾ ਸ਼ੁਰੂ ਕਰਨ ਜਾ ਰਿਹਾ। 100 ਅਸੈਂਬਲੀ ਹਲਕਿਆਂ ਦੀ ਇਹ ਯਾਤਰਾ ਹੋਵੇਗੀ ਤੇ 100 ਦਿਨ ਦੀ ਯਾਤਰਾ ਹੋਵੇਗੀ। ਇਸ ਯਾਤਰਾ ਦੇ ਵਿੱਚ ਪੰਜਾਬ ਦੇ ਹਰ ਹਲਕੇ ਦੇ ਲੋਕਾਂ ਤੋਂ ਫੀਡਬੈਕ ਲਈ ਜਾਏਗੀ ਤੇ ਲੋਕਾਂ ਦੀ ਸਲਾਹ ਦੇ ਮੁਤਾਬਿਕ ਹੀ ਅੱਗੇ ਦੀ ਰਣਨੀਤੀ ਹੈ ਜਿਹੜੀ ਵਿਕਾਸ ਵਾਸਤੇ ਉਹ ਪਾਰਟੀ ਬਣਾਵੇਗੀ। ਇਹ ਵੀ ਦਾਅਵਾ ਕੀਤਾ ਕਿ ਅਸੀਂ ਝੂਠੀਆਂ ਸੌਹਾਂ ਨਹੀਂ ਖਾਂਦੇ, ਝੂਠੀਆਂ ਸੌਹਾਂ ਖਾ ਕੇ ਵਿਕਾਸ ਦੀ ਗੱਲ ਨਹੀਂ ਕਰਦੇ, ਅਸੀਂ ਆਪਣੀ ਜ਼ੁਬਾਨ ਦੇ ਪੱਕੇ ਹਾਂ। ਇਸ ਮੌਕੇ ਸੁਖਬੀਰ ਬਾਦਲ ਨੇ ਇੱਕ ਵੈਬਸਾਈਟ ਜਿਹਦਾ ਨਾਮ ਹੈ ਗੱਲ ਪੰਜਾਬ ਦੀ ਅਤੇ ਇੱਕ ਫੋਨ ਨੰਬਰ ਵੀ ਜਾਰੀ ਕੀਤਾ ਜਿਸ ਤੇ ਤੁਸੀਂ ਮਿਸ ਕਾਲ ਕਰ ਸਕਦੇ ਹੋ। ਇੱਥੇ ਲੋਕ ਕਹਿੰਦੇ ਆਪਣੇ ਹਲਕੇ ਦੀ ਕੋਈ ਵੀ ਗੱਲ, ਕੋਈ ਵੀ ਮੁੱਦਾ ਰੱਖ ਸਕਦੇ ਨੇ। ਇਹ 2 ਮੰਚ ਨੇ ਜਿਹੜੇ ਅਸੀਂ ਤਿਆਰ ਕੀਤੇ ਨੇ। ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਹਾਂ, ਅੱਜ ਤੱਕ 10 ਸਾਲ ਹੋ ਗਏ ਦਿੱਲੀ ਵਿੱਚ ਲੋਕਪਾਲ ਨਹੀਂ ਬਣਾਇਆ, ਹਲੇ ਤੱਕ ਨਹੀਂ ਬਣਾਇਆ। ਇਹ ਜਿਹਾ ਇਨਸਾਨ ਹੈ ਜਿਹੜਾ ਕਹਿੰਦਾ ਕੁਛ ਹੈ ਕਰਦਾ ਕੁਛ ਹੈ। ਕੇਜਰੀਵਾਲ ਨੇ ਆ ਹੁਣ ਕੋਵਿਡ ਦੀ ਹਾਲਾਤ ਦੇਖੋ, ਕਿਵੇਂ ਦਿੱਲੀ ਵਿੱਚ ਲੋਕਾਂ ਨੂੰ ਆਕਸੀਜਨ ਸੀ, ਬੈੱਡ ਹੈ ਨਹੀਂ ਸੀ। ਆ ਤਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਯੋਗਦਾਨ ਹੈ ਜੋ ਲੜਾਈ ਲੜੀ, ਪਰ ਕੇਜਰੀਵਾਲ ਨਹੀਂ ਦਿਖਾਈ ਦਿੱਤਾ। ਅਖੀਰ ਵਿੱਚ ਉਹਨੇ ਹੱਥ ਖੜੇ ਕਰਕੇ ਸੈਂਟਰ ਦੀ ਸਰਕਾਰ ਦੇ ਕੋਲੇ ਹੱਥ ਖੜੇ ਕਰ ਦਿੱਤੇ। ਪੰਜਾਬੀਆਂ ਨੂੰ ਮੈਂ ਪੁੱਛਣਾ ਚਾਹਣਾ, ਤੁਹਾਡੀ ਇੱਕੋ ਇੱਕ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਕੇਜਰੀਵਾਲ ਇੱਥੇ ਆਇਆ ਤੇ ਕਹਿਣ ਲੱਗਿਆ ਮੈਂ ਇੱਥੇ ਇੱਕ ਸਿੱਖ ਮੁੱਖ ਮੰਤਰੀ ਦਾ ਚਿਹਰਾ ਦਊਂਗਾ। ਮੈਂ ਕੇਜਰੀਵਾਲ ਨੂੰ ਪੁੱਛਣਾ ਚਾਹਣਾ, ਤੁਹਾਡੇ 4 ਜਾਂ 5 ਜਾਂ 6 MLA ਸਿੱਖ ਹੈ ਦਿੱਲੀ ਵਿੱਚ, ਇੱਕ ਮੰਤਰੀ ਨਹੀਂ ਬਣਾਇਆ ਤੁਸੀਂ। ਇੱਕ ਮੇਜਰ ਪੋਸਟ ਕਿਸੇ ਚੇਅਰਮੈਨ ਜਾਂ ਕੋਈ ਵੱਡੀ ਆਰਗੇਨਾਈਜੇਸ਼ਨ 'ਚ ਕਿਤੇ ਸਿੱਖ ਨੂੰ ਲੱਗਿਆ। ਝੂਠ ਤਾਂ ਜਿੰਨੇ ਮਰਜ਼ੀ ਬੋਲੀ ਜਾਓ, ਜਿੱਥੇ ਆਉਂਦੇ ਆ ਉੱਥੇ ਝੂਠ ਬੋਲ ਦਿੰਦੇ ਆ। ਸੋ ਅੱਜ ਜਿਹੜਾ ਮੈਂ ਅੱਜ ਤੁਹਾਡੇ ਕੋਲੇ ਆਇਆ तो अपनी प्रेस कॉन्फ्रेंस ਦੇ ਵਿੱਚ ਸੁਖਬੀਰ ਬਾਦਲ ਅਰਵਿੰਦ ਕੇਜਰੀਵਾਲ ਤੇ ਨਿਸ਼ਾਨਾ ਲਾਉਣਾ ਵੀ ਨਹੀਂ ਭੁੱਲੇ, ਨਾ ਹੀ ਭਗਵੰਤ ਮਾਨ ਨੂੰ ਭੁੱਲੇ ਨੇ, ਨਾ ਹੀ ਕੈਪਟਨ ਅਮਰਿੰਦਰ ਸਿੰਘ। ਸਾਰਿਆਂ ਨੂੰ ਪੰਜਾਬੀਆਂ ਦੇ ਨਾਲ ਧੋਖਾ ਕਰਨ ਵਾਲੇ ਲੀਡਰ ਹੈ ਜਿਹੜਾ ਉਹ ਦੱਸਿਆ ਹੈ। ਭਗਵੰਤ ਮਾਨ ਦੀ ਜਿਹੜੀ ਸ਼ਰਾਬ ਪੀਣ ਵਾਲੀ ਲੱਤ ਹੈ ਉਸ ਤੇ ਨਿਸ਼ਾਨਾ ਲਾਇਆ ਹੈ। ਅਗਲੀ ਵੱਡੀ ਖਬਰ ਹੈ, ਕੇਂਦਰ ਸਰਕਾਰ ਨੇ 2 ਟੁਕ ਕਹਿ ਦਿੱਤਾ ਹੈ ਕਿ ਪੈਟਰੋਲ ਡੀਜ਼ਲ ਦੇ ਭਾਅ ਤੇ ਹਲੇ ਕੋਈ ਵੀ ਰਾਹਤ ਅਸੀਂ ਤੁਹਾਨੂੰ ਨਹੀਂ ਦੇ ਸਕਦੇ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਹੈ ਕਿ ਜਿਹੜੀਆਂ ਪੈਟਰੋਲ ਤੇ ਡੀਜ਼ਲ ਦੇ ਭਾਅ ਹੈਗੇ ਨੇ, ਜਿਹੜੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਅਸਮਾਨ ਨੂੰ ਛੂਹਦੇ ਜਾ ਰਹੇ ਨੇ, ਸਭ ਤੋਂ ਉੱਚੇ ਪੱਧਰ ਤੇ ਹੁਣ ਤੱਕ ਦਾ ਰਿਕਾਰਡ ਪੱਧਰ ਉੱਥੇ ਤੱਕ ਪਹੁੰਚ ਗਏ ਨੇ, ਤਾਂ ਐਕਸਾਈਜ਼ ਡਿਊਟੀ ਦੇ ਵਿੱਚ ਕਟੌਤੀ ਕਰਨ ਤੋਂ ਕੇਂਦਰ ਸਰਕਾਰ ਨੇ ਸਿੱਧਾ ਜਵਾਬ ਦੇ ਦਿੱਤਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਈਂਧਨਾਂ ਤੇ ਦਿੱਤੀ ਗਈ ਭਾਰੀ ਸਬਸਿਡੀ ਦੇ ਬਦਲੇ ਕੀਤੇ ਜਾ ਰਹੇ ਭੁਗਤਾਨ ਕਰਕੇ ਸਾਡੇ ਹੱਥ ਬੰਨੇ ਹੋਏ ਨੇ, ਸਰਕਾਰ ਕੰਗਾਲ ਹੋਈ ਹੈ। ਸੋ ਇਹ ਵਿੱਤ ਮੰਤਰੀ ਨੇ ਜਿਹੜਾ ਇਸ ਦਾ ਜ਼ਿੰਮਾ ਸਾਰਾ ਪਿਛਲੀ ਸਰਕਾਰ ਦੇ ਉੱਤੇ ਸੁੱਟ ਦਿੱਤਾ ਹੈ ਕਿ ਯੂਪੀਏ ਸਰਕਾਰ ਦੇ ਵੱਲੋਂ ਜਾਰੀ ਕੀਤੇ ਗਏ ਤੇਲ ਬੌਂਡਾਂ ਦੇ ਲਈ ਵਿਆਜ ਦੇ ਭੁਗਤਾਨਾਂ ਕਾਰਨ ਸਰਕਾਰੀ ਖਜ਼ਾਨੇ ਤੇ ਭਾਰੀ ਬੋਝ ਹੈ। ਹਾਲਾਂਕਿ 7ਵਾਂ ਸਾਲ ਤਾਂ ਮੋਦੀ ਸਰਕਾਰ ਨੂੰ ਵੀ ਹੋ ਗਿਆ। ਅਗਲੀ ਵੱਡੀ ਖਬਰ ਟਰੈਵਲ ਦੇ ਨਾਲ, ਯਾਤਰਾ ਦੇ ਨਾਲ ਜੁੜੀ ਹੋਈ ਹੈ। ਅਮਰੀਕਾ ਨੇ ਭਾਰਤ ਲਈ ਆਪਣੇ ਯਾਤਰਾ ਨਿਯਮਾਂ ਨੂੰ ਨਰਮ ਕਰ ਦਿੱਤਾ ਹੈ। ਪਹਿਲਾਂ ਭਾਰਤ ਨੂੰ ਲੈਵਲ 4 ਦੇ ਵਿੱਚ ਰੱਖਿਆ ਸੀ, ਹੁਣ ਲੈਵਲ 2 ਦੇ ਵਿੱਚ ਕਰ ਦਿੱਤਾ ਹੈ। ਲੈਵਲ 2 ਯਾਤਰਾ ਨਿਰਦੇਸ਼ ਦਾ ਅਰਥ ਹੁੰਦਾ ਹੈ ਕਿ ਸੰਬੰਧਿਤ ਦੇਸ਼ ਦੇ ਵਿੱਚ ਯਾਤਰਾ ਕਰਨੀ ਹੁਣ ਸੁਰੱਖਿਅਤ ਹੈ। ਯਾਨੀ ਕਿ ਪਹਿਲਾਂ ਅਮਰੀਕਾ ਨੇ ਆਪਣੇ ਵਾਸੀਆਂ ਨੂੰ ਕਿਹਾ ਸੀ ਕਿ ਭਾਰਤ ਜਾਣ ਤੋਂ ਥੋੜਾ ਗੁਰੇਜ਼ ਕਰੋ, ਪਰ ਹੁਣ ਸੁਰੱਖਿਅਤ ਸ਼੍ਰੇਣੀ ਦੇ ਵਿੱਚ ਭਾਰਤ ਨੂੰ ਰੱਖ ਦਿੱਤਾ ਹੈ। ਭਾਰਤ ਦੇ ਵਿੱਚ ਕੋਵਿਡ-19 ਦੇ ਹਾਲਾਤਾਂ ਦੇ ਵਿੱਚ ਸੁਧਾਰ ਹੋਣ ਤੋਂ ਬਾਅਦ ਅਮਰੀਕਾ ਨੇ ਇਹ ਨਵੇਂ ਨਿਰਦੇਸ਼ ਨੇ ਜਿਹੜੇ ਉਹ ਜਾਰੀ ਕੀਤੇ ਨੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜੇ ਦੇਸ਼ ਦੇ ਮਾਨਤਾ ਪ੍ਰਾਪਤ ਟੀਕੇ ਦੀਆਂ ਪੂਰੀਆਂ ਖੁਰਾਕਾਂ ਤੁਸੀਂ ਲਗਵਾ ਲਈਆਂ ਨੇ ਤਾਂ ਤੁਸੀਂ ਭਾਰਤ ਯਾਤਰਾ ਕਰ ਸਕਦੇ ਹੋ। ਪੰਜਾਬ ਦੀ ਸਿਆਸਤ ਨਾਲ ਜੁੜੀ ਵੱਡੀ ਖਬਰ ਹੈ। ਪੰਜਾਬ ਦੇ ਵਿੱਚ ਬੀਜੇਪੀ ਦੇ ਵੱਡੇ ਲੀਡਰ ਅਨਿਲ ਜੋਸ਼ੀ, ਜਿਹੜੇ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਵੀ ਨੇ, ਉਹ ਪਿਛਲੇ ਦਿਨੀ ਬੀਜੇਪੀ ਨੂੰ ਛੱਡ ਕੇ ਚਲੇ ਗਏ ਸੀ ਕਿਸਾਨਾਂ ਦੇ ਹੱਕ ਦੇ ਵਿੱਚ, ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਨ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ।
ਜੋਸ਼ੀ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਬਿਨਾਂ ਸ਼ਰਤ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਰਿਹਾ ਤੇ ਇਹ ਵੀ ਖਬਰਾਂ ਮਿਲ ਰਹੀਆਂ ਨੇ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਉਹਨਾਂ ਨੂੰ ਅੰਮ੍ਰਿਤਸਰ ਉੱਤਰੀ ਤੋਂ ਚੋਣ ਮੈਦਾਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਤਾਰਿਆ ਜਾ ਸਕਦਾ ਹੈ, ਕਿਉਂਕਿ ਜੋਸ਼ੀ 2 ਵਾਰੀ ਇਹ ਸੀਟ ਪਹਿਲਾਂ ਜਿੱਤ ਚੁੱਕੇ ਨੇ। ਪੰਜਾਬ ਕੈਬਨਿਟ ਦੀ ਅਗਲੀ ਬੈਠਕ 26 ਅਗਸਤ ਨੂੰ ਹੋਏਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਇਹ ਬੈਠਕ ਹੋਵੇਗੀ। ਸੋਮਵਾਰ ਨੂੰ ਵੀ ਕੈਬਨਿਟ ਦੀ ਬੈਠਕ ਹੋਈ ਸੀ, ਜਿਸ ਵਿੱਚ ਅਹਿਮ ਫੈਸਲੇ ਲਏ ਗਏ ਨੇ। ਕਿਸਾਨਾਂ ਦੇ ਨਾਲ ਜੁੜੀ ਖਬਰ ਹੈ। ਸਿੰਘੂ ਬਾਰਡਰ ਤੋਂ ਕਿਸਾਨ ਲੀਡਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਆਉਣ ਵਾਲੀ 26 ਅਤੇ 27 ਅਗਸਤ ਨੂੰ ਦਿੱਲੀ ਵਿੱਚ ਇੱਕ ਆਲ ਇੰਡੀਆ ਕਨਵੈਨਸ਼ਨ ਦਾ ਆਯੋਜਨ ਕਰ ਰਿਹਾ ਹੈ, ਜਿਸ ਵਿੱਚ ਕਿਸਾਨਾਂ ਅਤੇ ਜਨਤਕ ਜਥੇਬੰਦੀਆਂ ਨੂੰ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਤੇ ਪੂਰੇ ਭਾਰਤ ਤੋਂ ਸਾਨੂੰ ਬਹੁਤ ਹੀ ਹੁੰਗਾਰਾ ਮਿਲ ਰਿਹਾ ਹੈ, ਇਹ ਕਿਸਾਨਾਂ ਦਾ ਕਹਿਣਾ ਹੈ। ਤੇ ਇਸ ਸੰਮੇਲਨ ਦੇ ਵਿੱਚ ਭਾਰਤ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧਾਂ ਦੀ ਮੌਜੂਦਗੀ ਹੈ ਜਿਹੜੀ ਉਹ ਦਿਖਾਈ ਦੇਵੇਗੀ। ਕਿਸਾਨ ਲੀਡਰਾਂ ਨੇ ਇਹ ਵੀ ਕਿਹਾ ਕਿ ਪੰਜਾਬ, ਹਰਿਆਣਾ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਬੀਜੇਪੀ ਲੀਡਰਾਂ ਨੂੰ ਉੱਤਰਾਖੰਡ ਦੇ ਵਿੱਚ ਵੀ ਬਾਈਕਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੀਜੇਪੀ ਸੰਸਦ ਮੈਂਬਰ ਅਜੇ ਭੱਟ ਨੂੰ ਉੱਤਰਾਖੰਡ ਦੇ ਰੁੜਕੀ ਨੇੜੇ ਕਿਸਾਨਾਂ ਦੇ ਕਾਲੇ ਝੰਡਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ, ਜਿੱਥੇ ਉਹ ਆਪਣੀਆਂ ਚੋਣਾਂ ਦੇ ਲਈ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸੀ। ਵਿਰੋਧ ਪ੍ਰਦਰਸ਼ਨ ਜਿਹੜੇ ਇਸੇ ਤਰ੍ਹਾਂ ਦੇ ਹੁੰਦੇ ਰਹਿਣਗੇ। ਪੰਜਾਬ, ਹਰਿਆਣਾ ਦੇ ਵਿੱਚ ਤਾਂ ਤਿੱਖੇ ਹੋ ਹੀ ਰਹੇ ਨੇ ਬੀਜੇਪੀ ਲੀਡਰਾਂ ਦੇ ਖਿਲਾਫ ਜਿਹੜੇ ਰੋਸ ਮੁਜ਼ਾਹਰੇ। ਹੁਣ ਯੂਪੀ ਦੇ ਨਾਲ ਉੱਤਰਾਖੰਡ ਦੇ ਵਿੱਚ ਵੀ ਇਸ ਤਰ੍ਹਾਂ ਦੇ ਮੁਜ਼ਾਹਰੇ ਦਿਖਾਈ ਦੇਣਗੇ, ਇਹ ਕਿਸਾਨਾਂ ਨੇ ਦਾਅਵਾ ਕੀਤਾ ਹੈ। ਤਾਂ ਕਿਸਾਨਾਂ ਨੇ ਜਿਹੜਾ ਕਿਹਾ ਕਿ ਬੀਜੇਪੀ ਲੀਡਰਾਂ ਦਾ ਲਗਾਤਾਰ ਕਿਸਾਨ ਵਿਰੋਧ ਕਰ ਰਹੇ ਨੇ। ਬੀਜੇਪੀ ਲੀਡਰਾਂ ਦਾ ਤਾਂ ਕਰ ਹੀ ਰਹੇ ਨੇ, ਪਰ ਹਰਸਿਮਰਤ ਕੌਰ ਬਾਦਲ ਜਿਸ ਨੇ ਪਿੱਛੇ ਲੋਕ ਸਭਾ ਦੇ ਵਿੱਚ 100% ਦੀ ਹਾਜ਼ਰੀ ਲਵਾਈ ਹੈ, ਕਿਸਾਨਾਂ ਦੀ ਵਿਪ ਦੀ ਪੂਰੀ ਤਰ੍ਹਾਂ ਦੇ ਨਾਲ ਪਾਲਣਾ ਕੀਤੀ ਹੈ ਤੇ ਆਪਣੀ ਵਜ਼ੀਰੀ ਹੈ ਜਿਹੜੀ ਉਹ ਇਹ ਕਹਿ ਕੇ ਛੱਡੀ ਹੈ ਕਿ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਆਪਣਾ ਜਿਹੜਾ ਹੈਗਾ ਇੱਕ ਵੱਡੀ ਕੁਰਸੀ ਮੈਂ ਛੱਡ ਰਹੀ ਹਾਂ। ਹਰਸਿਮਰਤ ਕੌਰ ਬਾਦਲ ਦਾ ਵੀ ਲਗਾਤਾਰ ਵਿਰੋਧ ਹੋ ਰਿਹਾ ਹੈ। ਇੱਕ ਦਿਨ ਪਹਿਲਾਂ ਬਠਿੰਡਾ ਦੇ ਪਿੰਡ ਬੁਰਜ ਰਾਠੀ ਦੇ ਵਿੱਚ ਹਰਸਿਮਰਤ ਕੌਰ ਬਾਦਲ ਤੇ ਅਕਾਲੀ ਵਰਕਰਾਂ ਦਾ ਕਿਸਾਨਾਂ ਨੇ ਵਿਰੋਧ ਕੀਤਾ। ਇੱਥੇ ਉਹ 2 ਘਰਾਂ ਦੇ ਵਿੱਚ ਅਫਸੋਸ ਪ੍ਰਗਟ ਕਰਨ ਪਹੁੰਚੇ ਸੀ, ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਦੇ ਵਿੱਚ ਜਿਹੜਾ ਹੈਗਾ ਉਹ ਕਿਸਾਨਾਂ ਨੇ ਵਿਰੋਧ ਕੀਤਾ। ਇਲਜ਼ਾਮ ਲਾਇਆ ਕਿ ਇਹ ਅਫਸੋਸ ਕਰਨ ਦੇ ਬਹਾਨੇ ਨੁੱਕੜ ਮੀਟਿੰਗਾਂ ਕਰ ਰਹੇ ਨੇ ਤੇ ਮੰਗਲਵਾਰ ਨੂੰ ਹਰਸਿਮਰਤ ਕੌਰ ਬਾਦਲ ਦਾ ਜਿਹੜਾ ਵਿਰੋਧ ਹੈ ਉਹ ਮਾਨਸਾ ਦੇ 3 ਪਿੰਡਾਂ ਦੇ ਵਿੱਚ ਹੋਇਆ। ਪਿੰਡ ਕੁੱਲਰੀਆਂ, ਮੰਡੇਰ ਤੇ ਸੇਖੂਪੁਰ ਖਡਾਲ ਦੇ ਵਿੱਚ ਕਿਸਾਨਾਂ ਨੇ ਹਰਸਿਮਰਤ ਕੌਰ ਬਾਦਲ ਦਾ ਵਿਰੋਧ ਕੀਤਾ। ਇਹ ਜਾਣਕਾਰੀ ਮਿਲੀ ਕਿ ਇੱਥੇ ਵੀ ਉਹ ਆਪਣੇ ਵਰਕਰਾਂ ਦੇ ਜਿਨ੍ਹਾਂ ਦੇ ਕੋਈ ਮਰਗ ਵਗੈਰਾ ਹੋਈ ਸੀ ਉੱਥੇ ਅਫਸੋਸ ਕਰਨ ਦੇ ਲਈ ਪਹੁੰਚੇ ਹੋਏ ਸੀਗੇ ਤੇ ਕਿਸਾਨਾਂ ਨੇ ਵਿਰੋਧ ਕੀਤਾ। ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਮੁਰਦਾਬਾਦ ਮੁਰਦਾਬਾਦ ਕਿਸਾਨ ਵਿਰੋਧੀ ਸਰਕਾਰਾਂ ਮੁਰਦਾਬਾਦ ਸ਼ਾਸਨ ਮੁਰਦਾਬਾਦ ਮੁਰਦਾਬਾਦ ਬਾਦਲ ਪਰਿਵਾਰ ਮੁਰਦਾਬਾਦ ਮੁਰਦਾਬਾਦ ਕਿਸਾਨਾਂ ਦੇ ਮੌਤ ਦੇ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਸਰਕਾਰਾਂ ਮੁਰਦਾਬਾਦ ਲੋਕ ਵਿਰੋਧੀ ਸਰਕਾਰਾਂ ਮੁਰਦਾਬਾਦ ਹਰਸਿਮਰਤ ਕੌਰ ਬਾਦਲ ਮੁਰਦਾਬਾਦ ਬਾਦਲ ਪਰਿਵਾਰ ਮੁਰਦਾਬਾਦ 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 ਡੇਰੇ ਮੈਂ ਮੁਰਦਾਬਾਦ ਕਰਾ ਦੀ ਕਦੇ ਵੀ ਛੇਤੀ ਬੋ ਛੇਤੀ ਆ ਜਾਓ ਕਦੇ ਡੇਰੇ ਮੈਂ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ। ਇਸ ਦੇ ਨਾਲ ਹੀ ਮਾਨਸਾ ਦੇ ਇੱਕ ਹੋਰ ਪਿੰਡ ਸ਼ੇਰਖਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਣੇ ਆ, ਜਿੱਥੇ ਪੂਰੇ ਪਿੰਡ ਵਾਸੀਆਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ। ਕਈ ਪਿੰਡਾਂ ਦੇ ਵਿੱਚ ਅਜਿਹੇ ਜਿਹੜੇ ਬੋਰਡ ਤੁਸੀਂ ਲੱਗੇ ਦੇਖ ਸਕਦੇ ਹੋ। ਜੇ ਇਹ ਜਿਹੜੇ ਬੋਰਡ ਨੇ ਉਹ ਸ਼ੇਰਖਾਂ ਪਿੰਡ ਦੇ ਵਿੱਚ ਲਾਏ ਗਏ ਨੇ। ਇਹਨਾਂ ਬੋਰਡਾਂ ਦੇ ਵਿੱਚ ਜਿਹੜੇ ਇਹ ਕੰਧਾਂ ਦੇ ਉੱਤੇ ਪੇਂਟ ਕਰਕੇ ਜਿਹੜਾ ਲਿਖਿਆ ਗਿਆ ਹੈਗਾ, ਲਿਖਿਆ ਚੇਤਾਵਨੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਸਾਡੇ ਪਿੰਡ ਵਿੱਚ ਸਾਰੀਆਂ ਸਿਆਸੀ ਪਾਰਟੀਆਂ ਦਾ ਮੁਕੰਮਲ ਬਾਈਕਾਟ ਹੈ, ਪਿੰਡ ਸ਼ੇਰਖਾਂ ਵਾਲਾ। ਤੇ ਅਜਿਹਾ ਇੱਕ ਪਿੰਡ ਦਾ ਜਿਹੜਾ ਐਲਾਨ ਨਹੀਂ ਹੈ, ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੇ ਅਜਿਹਾ ਐਲਾਨ ਹੈ ਜਿਹੜਾ ਉਹ ਕੀਤਾ ਹੋਇਆ। ਤੇ 15 ਅਗਸਤ ਵਾਲੇ ਦਿਨ ਜੋ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਦੀ ਫਸੀਲ ਤੋਂ ਭਾਸ਼ਣ ਦਿੱਤਾ ਹੈ, ਉਸ ਨੂੰ ਕਿਸਾਨ ਲੀਡਰਾਂ ਨੇ ਭਰਮਾਉਣ ਵਾਲਾ ਭਾਸ਼ਣ ਦੱਸਿਆ ਹੈ। ਕਿਹਾ ਕਿ ਲਾਲ ਕਿਲੇ ਵਾਲੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਤੋਂ ਸਿਵਾਏ ਕੁਝ ਨਹੀਂ ਕੀਤਾ। ਇਹ ਬਰਨਾਲੇ ਦੇ ਵਿੱਚ ਜਿਹੜਾ ਕਿਸਾਨਾਂ ਦਾ ਪੱਕਾ ਧਰਨਾ ਲੱਗਿਆ ਹੋਇਆ 320ਵੇਂ ਦਿਨ ਦੇ ਵਿੱਚ ਪਹੁੰਚ ਗਿਆ। ਉਸ ਧਰਨੇ ਦੇ ਵਿੱਚ ਪਹੁੰਚੇ ਕਿਸਾਨ ਲੀਡਰਾਂ ਨੇ ਬਿਆਨ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ 3 ਖੇਤੀ ਕਾਨੂੰਨਾਂ ਨੂੰ ਖੇਤੀ ਸੁਧਾਰਾਂ ਦਾ ਨਾਮ ਦੇ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਵਾਰੀ ਪ੍ਰਧਾਨ ਮੰਤਰੀ ਨੇ ਗੁੰਮਰਾਹ ਕਰਨ ਲਈ ਛੋਟੇ ਕਿਸਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ। ਸਰਕਾਰ ਕਿਸਾਨਾਂ ਨੂੰ ਵੱਖ-ਵੱਖ ਵਰਗਾਂ ਦੇ ਵਿੱਚ ਵੰਡ ਕੇ ਸ਼ਾਇਦ ਅੰਦੋਲਨ ਦੇ ਵਿੱਚ ਤਰੇੜਾਂ ਪਾਉਣੀਆਂ ਚਾਹੁੰਦੀ ਹੈ, ਪਰ ਸਰਕਾਰ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੋਏਗੀ, ਇਹ ਕਿਸਾਨਾਂ ਨੇ ਕਿਹਾ ਹੈ। ਪਾਕਿਸਤਾਨ ਦੇ ਲਾਹੌਰ ਤੋਂ ਖਬਰ ਹੈ, ਜਿੱਥੇ
ਲਾਹੌਰ ਕਿਲੇ ਦੇ ਵਿੱਚ ਸਥਾਪਿਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਹੈ ਜਿਹੜਾ ਇੱਕ ਸ਼ਰਾਰਤੀ ਅਨਸਰ ਨੇ ਤੋੜ ਦਿੱਤਾ ਹੈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇੱਕ ਵਿਅਕਤੀ ਹੈ ਜਿਹੜਾ ਉਹ ਤਹਿਰੀਕ-ਏ ਲਬੈਕ ਪਾਕਿਸਤਾਨ ਜਿਹੜੀ ਜਿਸ ਨੂੰ TLP ਜਥੇਬੰਦੀ ਕਿਹਾ ਜਾਂਦਾ ਹੈ ਉਸ ਜਥੇਬੰਦੀ ਦਾ ਕਾਰਕੁਨ ਹੈ। ਇਮਰਾਨ ਖਾਨ ਸਰਕਾਰ ਨੇ ਇਸ ਜਥੇਬੰਦੀ ਨੂੰ ਪਾਕਿਸਤਾਨ ਦੇ ਵਿੱਚ ਬੈਨ ਕੀਤਾ ਹੋਇਆ। ਬੁੱਤ ਤੋੜੇ ਜਾਣ ਦੀ ਘਟਨਾ ਦੀ ਇੱਕ ਵੀਡੀਓ ਹੈ ਜਿਹੜੀ ਉਹ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਹ ਵਿਅਕਤੀ ਬੁੱਤ ਦੀ ਤੋੜਪੰਨ ਕਰ ਰਿਹਾ ਹੈ। ਇਸ ਵਿਅਕਤੀ ਨੂੰ ਦੂਜੇ ਜਿਹੜੇ ਆਸ-ਪਾਸ ਦੇ ਲੋਕਾਂ ਨੇ ਪਰੇ ਹਟਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਇਸਨੇ ਬੁੱਤ ਤੋੜ ਦਿੱਤਾ। ਇਹ ਬੁੱਤ 2019 ਤੋਂ ਹੁਣ ਤੱਕ 3 ਵਾਰੀ ਤੋੜਿਆ ਜਾ ਚੁੱਕਾ ਹੈ। ਇਹ ਬੁੱਤ 27 ਜੂਨ 2019 ਨੂੰ ਲਾਹੌਰ ਕਿਲੇ ਦੀ ਸਿੱਖ ਗੈਲਰੀ ਦੇ ਵਿੱਚ ਲਾਇਆ ਗਿਆ ਸੀ। ਗੈਲਰੀ ਦੇ ਬਾਹਰ ਲਾਇਆ ਗਿਆ ਸੀ। 180ਵੀਂ ਬਰਸੀ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ, ਉਦੋਂ ਇਹ ਬੁੱਤ ਸਥਾਪਿਤ ਕੀਤਾ ਗਿਆ ਸੀ। ਪਹਿਲਾਂ 5 ਅਗਸਤ 2019 ਨੂੰ ਤੇ ਫਿਰ ਦਸੰਬਰ 2020 ਦੇ ਵਿੱਚ ਇਹ ਬੁੱਤ ਤੋੜਿਆ ਤੇ ਹੁਣ ਤੀਸਰੀ ਵਾਰੀ ਬੁੱਤ ਤੋੜਿਆ ਗਿਆ ਹੈ। ਇਹ ਬੁੱਤ 9 ਫੁੱਟ ਦਾ ਹੈ ਤੇ ਫਾਈਬਰ ਤੇ ਕਾਂਸੇ ਦਾ ਬਣਿਆ ਹੋਇਆ ਹੈ। ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਆਪਣੇ ਮਨਪਸੰਦ ਅਰਬੀ ਘੋੜੇ ਕਹਿਰ ਬਹਿਰ ਤੇ ਬੈਠੇ ਦਿਖਾਈ ਦੇ ਰਹੇ ਨੇ। ਇਹ ਬੁੱਤ ਤੋੜੇ ਜਾਣ ਦੇ ਵਿਰੋਧ ਦੇ ਵਿੱਚ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਅਪੀਲ ਕੀਤੀ ਹੈ ਤੇ ਭਾਰਤੀ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਹੈ ਤੇ ਇਸ ਦੀ ਨਿੰਦਿਆ ਕੀਤੀ ਹੈ। ਤੇ ਹੁਣ ਤਾਜ਼ਾ ਜਾਣਕਾਰੀ ਦੇ ਮੁਤਾਬਿਕ ਪਾਕਿਸਤਾਨ ਦੇ ਵਿੱਚ ਲਾਹੌਰ ਪੁਲਿਸ ਨੇ ਇਸ शरारती अंसर ਨੂੰ हिरासत ਦੇ ਵਿੱਚ ਲੈ ਲਿਆ। यह घटना पहली बार नहीं तीसरी बार हुई है और ये तीनों बार ही तरीके लिबास जो कि एक वहाँ की कट्टरवाद संस्था है जिसका मुखिया पहले रिजवी रहा और वह उसने भी बहुत महाराजा रंजीत सिंह जी के बारे में अपशब्द बोले। अब उन्हीं के कारकुनों के द्वारा ये आज उनकी प्रतिमा को तोड़ा गया। ये बहुत ही कट्टरवाद की एक मिसाल है। पाकिस्तान जिस रास्ते चल रहा है, महाराजा रंजीत सिंह जैसे सेकुलर राजा जिन्होंने सभी धर्मों को मान सम्मान दिया, आज उनके साथ ऐसी उनकी प्रतिमा के साथ जिस तरह का दुर्व्यवहार किया गया, ये बहुत निंदनीय है, बड़ा शर्मसार है, बड़ा दुखदायी है। मैंने अभी विदेश मंत्रालय से बात की है, जॉइंट सेक्रेटरी को मैंने इससे सारा प्राइज कराया है। उन्होंने मुझे कहा है कि वो तुरंत पाकिस्तान के हाई कमीशन को इसके बारे में संज्ञान लेने को कहेंगे और तुरंत कार्रवाई हो और उनको सम्मन भी करेंगे और ये यकीनी बनाएंगे इन लोगों के खिलाफ सख्त कार्रवाई हो। पाकिस्तान अगर कोई डेमोक्रेटिक कंट्री है तो फिर ऐसा किसी सूरत में भी बर्दाश्त नहीं किया जा सकता। ये कट्टरवाद की मिसाल है और पाकिस्तान जिस रास्ते चल रहा है ये उसकी एक निशानी है। 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਇੱਕ ਵੱਡਾ ਐਲਾਨ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ਦੇਣ ਦਾ ਦਾਅਵਾ ਕੀਤਾ ਹੈ। ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ 93,000 ਗੈਰ ਕਾਨੂੰਨੀ ਪਾਣੀ ਦੇ ਕਨੈਕਸ਼ਨਾਂ ਨੂੰ ਰੈਗੂਲਰ ਕਰਨ ਦਾ ਫੈਸਲਾ ਲਿਆ ਗਿਆ। ਕੈਬਨਿਟ ਮੀਟਿੰਗ ਦੇ ਵਿੱਚ ਅਣਅਧਿਕਾਰਿਤ ਪਾਣੀ ਦੇ ਕਨੈਕਸ਼ਨਾਂ ਨੂੰ ਨਿਯਮਿਤ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ। ਪਾਣੀ ਦੀ ਸਪਲਾਈ ਤੇ ਸੀਵਰੇਜ ਦੇ ਖਰਚਿਆਂ ਦੇ ਬਕਾਏ ਦੀ ਵਸੂਲੀ ਦੇ ਲਈ ਵਨ ਟਾਈਮ ਸੈਟਲਮੈਂਟ ਪਾਲਿਸੀ ਨੂੰ ਵੀ ਪ੍ਰਵਾਨਗੀ ਦਿੱਤੀ ਗਈ ਹੈ। ਇਸ ਫੈਸਲੇ ਨਾਲ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਆਮਦਨ ਹੈ ਜਿਹੜੀ ਉਹ ਵਧੇਗੀ। ਜਿਹੜੇ ਲੋਕ ਨੌਕਰੀਆਂ ਕਰਦੇ ਨੇ ਤੇ ਇਨਕਮ ਟੈਕਸ ਰਿਟਰਨ ਭਰਦੇ ਨੇ ਉਹਨਾਂ ਦੇ ਲਈ ਇਹ ਜ਼ਰੂਰੀ ਖਬਰ ਹੈ ਕਿਉਂਕਿ ਇਨਕਮ ਟੈਕਸ ਭਰਨ ਵਾਲੀ ਜਿਹੜੀ ਵੈਬਸਾਈਟ ਹੈ ਆਨਲਾਈਨ ਵੈਬਸਾਈਟ ਦੇ ਰਾਹੀਂ ਭਰਿਆ ਜਾਂਦਾ ਹੈ ਤੇ ਉਹ ਵੈਬਸਾਈਟ ਪਿਛਲੇ ਕਈ ਚਿਰਾਂ ਤੋਂ ਖਰਾਬ ਚੱਲ ਰਹੀ ਹੈ। ਕੋਈ ਵੀ ਉਸ ਵੈਬਸਾਈਟ ਤੇ ਲੌਗਇਨ ਨਹੀਂ ਕਰ ਪਾਉਂਦਾ ਤੇ ਹੁਣ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਨਵੇਂ ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਦੇ ਵਿੱਚ ਤਕਨੀਕੀ ਖਾਮੀਆਂ ਨੂੰ ਅਗਲੇ ਕੁਝ ਦਿਨਾਂ ਦੇ ਵਿੱਚ ਬਹੁਤ ਹੱਦ ਤੱਕ ਠੀਕ ਕਰ ਦਿੱਤਾ ਜਾਏਗਾ। ਇਸ ਮਾਮਲੇ ਤੇ ਇਨਫੋਸਿਸ ਲਗਾਤਾਰ ਧਿਆਨ ਦੇ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਈ ਰਾਹਤ ਭਰੀ ਖਬਰ ਹੈ। ਕਮੇਟੀ ਨੂੰ ਆਮਦਨ ਕਰ ਸੈਕਸ਼ਨ 80G ਤਹਿਤ ਮਾਨਤਾ ਮਿਲ ਗਈ ਹੈ ਤੇ ਦਾਨ ਲੈਣ ਦੇ ਲਈ ਹੁਣ ਸੰਸਥਾ ਨੂੰ ਕਾਫੀ ਸੌਖ ਹੋ ਜਾਏਗੀ। ਸੇਵਾ ਕਾਰਜਾਂ ਦੇ ਲਈ ਦਾਨ ਦੇਣ ਵਾਲੇ ਸ਼ਰਧਾਲੂ ਹੁਣ ਸੈਕਸ਼ਨ 80G ਤਹਿਤ ਆਮਦਨ ਕਰ ਦੇ ਵਿੱਚ ਛੋਟ ਹਾਸਲ ਕਰ ਸਕਣਗੇ। ਦਰਅਸਲ ਪਹਿਲਾਂ ਜੇ ਕੋਈ ਦਾਨ SGPC ਨੂੰ ਦਿੰਦਾ ਆਨਲਾਈਨ ਦਾਨ ਭੇਟਾ ਕਰਦਾ ਹੈ ਤਾਂ ਉਸ ਨੂੰ ਟੈਕਸ ਭਰਨਾ ਪੈਂਦਾ ਸੀ ਪਰ ਹੁਣ ਇਨਕਮ ਟੈਕਸ ਐਪੀਲੇਟ ਟ੍ਰਿਬਿਊਨਲ ਅੰਮ੍ਰਿਤਸਰ ਨੇ ਸ਼੍ਰੋਮਣੀ ਕਮੇਟੀ ਦੇ ਹੱਕ ਵਿੱਚ ਫੈਸਲਾ ਸੁਣਾਇਆ ਤੇ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਦਾ ਸਵਾਗਤ ਕੀਤਾ ਹੈ। ਕਮੇਟੀ ਦੇ ਮੁੱਖ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ 12 ਸਾਲ ਪਹਿਲਾਂ 2009 ਤੋਂ ਇਨਕਮ ਟੈਕਸ ਸੈਕਸ਼ਨ 80G ਤਹਿਤ ਰਜਿਸਟ੍ਰੇਸ਼ਨ ਤੇ ਆਮਦਨ ਕਰ 'ਚ ਡਿਬੇਟ ਲਈ ਯਤਨ ਕੀਤੇ ਜਾ ਰਹੇ ਸੀ ਜਿਸ ਨੂੰ ਹੁਣ ਸਫਲਤਾ ਮਿਲ ਗਈ ਹੈ ਤੇ ਸੰਗਤ ਦਾਨ ਦੇਣ ਤੇ ਕਰ ਦੇ ਵਿੱਚ ਟੈਕਸ ਦੇ ਵਿੱਚ ਛੋਟ ਹਾਸਲ ਕਰ ਸਕੇਗੀ। SGPC ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਪਾਕਿਸਤਾਨ ਜਾਣ ਦੀ ਚਾਹਵਾਨ ਸੰਗਤ ਤੋਂ ਪਾਸਪੋਰਟ ਮੰਗੇ ਨੇ। 25 ਅਗਸਤ ਤੱਕ ਤੁਸੀਂ ਆਪਣੇ ਪਾਸਪੋਰਟ ਨੇ ਜਿਹੜੇ SGPC ਦਫ਼ਤਰ ਭੇਜ ਸਕਦੇ ਹੋ। ਪਹਿਲਾਂ 15 ਅਗਸਤ ਤੱਕ ਮੰਗੇ ਗਏ ਸੀ, ਹੁਣ ਤਰੀਕ ਵਧਾ ਕੇ 25 ਅਗਸਤ ਹੈ ਜਿਹੜੀ ਉਹ ਕਰ ਦਿੱਤੀ ਗਈ ਹੈ ਤੇ ਪਾਸਪੋਰਟ ਹੁਣ ਤੁਸੀਂ 25 ਅਗਸਤ ਤੱਕ ਭੇਜ ਸਕਦੇ ਹੋ। ਨਾਲ ਜਿਹੜੇ ਜ਼ਰੂਰੀ ਡਾਕੂਮੈਂਟ ਹੁੰਦੇ ਨੇ ਆਧਾਰ ਕਾਰਡ, ਵੋਟਰ ਕਾਰਡ ਜਾਂ ਰਾਸ਼ਨ ਕਾਰਡ ਦੀ ਫੋਟੋਕਾਪੀ ਨਾਲ ਜ਼ਰੂਰੀ ਹੁੰਦੀ
ਹੁੰਦੀ ਹੈ ਲਾਉਣੀ ਤੇ ਸਮੇਂ ਸਿਰ ਤੁਸੀਂ ਆਪਣੇ ਦਸਤਾਵੇਜ਼ SGPC ਦਫ਼ਤਰ ਨੇ ਜਿਹੜੇ ਮੁੱਖ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਭੇਜ ਸਕਦੇ ਹੋ। ਤੇ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਇਹ ਵੀ ਕਿਹਾ ਕਿ ਹਰਿਆਣਾ ਦੇ ਸ਼ਰਧਾਲੂਆਂ ਦੇ ਲਈ ਹੁਣ ਸਹੂਲਤ ਦਿੱਤੀ ਗਈ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਜਿਹੜੇ ਕੁਰੂਕਸ਼ੇਤਰ ਵਾਲੇ ਦਫ਼ਤਰ ਦੇ ਵਿੱਚ ਆਪਣੇ ਪਾਸਪੋਰਟ ਜਮ੍ਹਾਂ ਕਰਵਾ ਸਕਦੇ ਨੇ। ਹਰਿਆਣਾ ਸੂਬੇ ਦੇ ਕੋਟੇ ਤਹਿਤ ਸ਼ਰਧਾਲੂ ਸ਼੍ਰੋਮਣੀ ਕਮੇਟੀ ਦੇ ਉਪ ਦਫ਼ਤਰ ਕੁਰੂਕਸ਼ੇਤਰ ਦੇ ਵਿੱਚ ਆਪਣੇ ਪਾਸਪੋਰਟ ਭੇਜ ਦੇਣ। ਪਟਿਆਲਾ ਦੇ ਵਿੱਚ ASI ਸੂਬਾ ਸਿੰਘ ਤੇ ਗੱਡੀ ਚੜਾਉਣ ਵਾਲਾ ਸ਼ਖਸ ਪੁਲਿਸ ਦੇ ਹੱਥੇ ਚੜ ਗਿਆ। ਪੁਲਿਸ ਨੇ ਮੁਲਜ਼ਮ ਗੁਰਬਾਜ਼ ਨੂੰ ਥਾਪਰ ਯੂਨੀਵਰਸਿਟੀ ਦੇ ਨੇੜਿਓਂ ਗ੍ਰਿਫਤਾਰ ਕੀਤਾ। ਮੁਲਜ਼ਮ ਗੁਰਬਾਜ਼ ਸਿੰਘ ਹਰਿਆਣਾ ਦੇ ਪਿੰਡ ਦਾਤਾ ਸਿੰਘ ਦਾ ਰਹਿਣ ਵਾਲਾ ਹੈ। ਮੁਲਜ਼ਮ ਨੇ ਪਟਿਆਲਾ ਦੇ ਵਿੱਚ ਨਾਕੇ ਤੇ ਚੈਕਿੰਗ ਲਈ ਰੋਕਣ ਤੇ ASI ਸੂਬਾ ਸਿੰਘ ਤੇ ਗੱਡੀ ਚੜਾ ਦਿੱਤੀ ਸੀ ਤੇ ਭੱਜ ਗਿਆ ਸੀ। ਵੀਡੀਓ ਵਾਇਰਲ ਹੋਈ ਸੀ। ASI ਜ਼ਖਮੀ ਹੋ ਗਿਆ ਸੀ। ਫਿਰੋਜ਼ਪੁਰ ਤੋਂ ਖਬਰ ਹੈ ਜਿੱਥੇ ਦਿਨ ਦਿਹਾੜੇ ਪਿਸਤੌਲ ਦੀ ਨੋਕ ਤੇ ਇੱਕ ਦੁਕਾਨਦਾਰ ਨੂੰ ਲੁੱਟਿਆ ਗਿਆ ਹੈ। ਸ਼ਹਿਰ ਦੇ ਪੌਸ਼ ਇਲਾਕੇ ਇੱਛੇਵਾਲਾ ਰੋਡ ਤੇ ਹਥਿਆਰਾਂ ਨਾਲ ਲੈਸ 2 ਮੋਟਰਸਾਈਕਲ ਸਵਾਰ ਇੱਕ ਦੁਕਾਨਦਾਰ ਤੋਂ ਨਕਦੀ ਖੋਹ ਕੇ ਫਰਾਰ ਹੋ ਗਏ ਤੇ ਹੈਰਾਨੀ ਦੀ ਹੱਦ ਉਸ ਵੇਲੇ ਵੀ ਕਹਿੰਦੇ ਨਾ ਰਹੀ ਜਦੋਂ ਪੁਲਿਸ ਕੰਟਰੋਲ ਰੂਮ ਦਾ ਨੰਬਰ ਹੀ ਨਹੀਂ ਮਿਲ ਰਿਹਾ ਸੀ। ਘਟਨਾ ਸਵੇਰੇ 6:30 ਵਜੇ ਦੇ ਕਰੀਬ ਵਾਪਰੀ ਦੱਸੀ ਜਾ ਰਹੀ ਹੈ ਜਦੋਂ ਆਜ਼ਾਦ ਕਰਿਆਨਾ ਤੇ ਡਿਪਾਰਟਮੈਂਟਲ ਸਟੋਰ ਦੇ ਮਾਲਕ ਰਿੰਕੂ ਚਾਵਲਾ ਤੇ ਉਹਨਾਂ ਦੇ ਪਿਤਾ ਲੋੜੀਂਦਾ ਸਮਾਨ ਮੰਗਵਾਉਣ ਦੇ ਲਈ ਪੈਸੇ ਗਿਣ ਰਹੇ ਸੀ। ਉਸੇ ਵਕਤ 2 ਲੁਟੇਰੇ ਆਏ ਤੇ ਉਹਨਾਂ ਦਾ ਪੈਸਾ ਲੁੱਟ ਕੇ ਫਰਾਰ ਹੋ ਗਏ। ਮੰਡੀ ਅਹਿਮਦਗੜ੍ਹ ਦੇ ਸੰਦੌੜ ਤੋਂ ਖਬਰ ਹੈ ਜਿੱਥੇ ਨੇੜਲੇ ਪਿੰਡ ਧੰਨੋ ਦੇ ਵਿੱਚ ਟੈਂਕਰ ਖੜਾਉਣ ਨੂੰ ਲੈ ਕੇ ਹੋਈ ਨਿੱਕੀ ਜਿਹੀ ਲੜਾਈ ਦੇ ਵਿੱਚ ਇੱਕ 70 ਸਾਲ ਦੇ ਬਜ਼ੁਰਗ ਨੂੰ ਕੁੱਟ ਕਈ ਮਾਰ ਦਿੱਤਾ ਗਿਆ। ਮ੍ਰਿਤਕ ਵਿਅਕਤੀ ਦੀ ਪਛਾਣ ਉਜਾਗਰ ਸਿੰਘ ਉਮਰ 70 ਸਾਲ ਵਜੋਂ ਹੋਈ ਹੈ। ਉਜਾਗਰ ਸਿੰਘ ਦੇ ਪੁੱਤਰ ਅਵਤਾਰ ਸਿੰਘ ਨੇ ਪੁਲਿਸ ਕੋਲ ਦਰਜ ਕਰਾਏ ਬਿਆਨਾਂ ਦੇ ਵਿੱਚ ਦੱਸਿਆ ਕਿ ਉਜਾਗਰ ਸਿੰਘ ਉਸਦੇ ਪੁੱਤਰ ਨੇ ਗੁਆਂਢੀ ਬਿੱਕਰ ਸਿੰਘ ਨੂੰ ਗਲੀ ਵਿੱਚ ਟੈਂਕਰ ਖੜਾਉਣ ਤੋਂ ਰੋਕ ਦਿੱਤਾ ਕਿਉਂਕਿ ਗਲੀ ਵਿੱਚ ਦਿੱਕਤ ਆਉਂਦੀ ਸੀ। ਇਸ ਗੱਲ ਤੋਂ ਬਿੱਕਰ ਸਿੰਘ ਨਾਰਾਜ਼ ਹੋ ਗਿਆ, ਗਾਲੀ ਗਲੋਚ ਤੇ ਉੱਤਰ ਆਇਆ ਤੇ ਕੁਝ ਸਮੇਂ ਬਾਅਦ ਬਿੱਕਰ ਸਿੰਘ ਆਪਣੀ ਪਤਨੀ ਭਰਜਾਈ ਤੇ ਦੋਸਤ ਦੇ ਨਾਲ ਆ ਕੇ ਉਸਦੇ ਪਿਓ ਨੂੰ ਕੁੱਟਮਾਰ ਕਰਨ ਲੱਗ ਪਿਆ। ਸੜਕ ਤੇ ਪਿਤਾ ਨੂੰ ਸੁੱਟ ਦਿੱਤਾ ਅਤੇ ਲੱਤਾਂ ਮੁੱਕੀਆਂ ਮਾਰਨ ਲੱਗ ਪਏ ਤੇ ਕੁੱਟ-ਕੁੱਟ ਕੇ ਹੀ ਉਸਦੇ ਪਿਓ ਉਜਾਗਰ ਸਿੰਘ ਨੂੰ ਮਾਰ ਦਿੱਤਾ ਗਿਆ। ਪੁਲਿਸ ਨੇ ਸਾਰੇ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਚੋਣਾਂ ਦੇ ਵਿੱਚ ਹੁਣ ਕੁਝ ਹੀ ਦਿਨ ਬਾਕੀ ਨੇ। ਉੱਥੇ ਜਿਹੜੀਆਂ ਮੁੱਖ ਪਾਰਟੀਆਂ ਚੋਣ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ, ਸ਼੍ਰੋਮਣੀ ਅਕਾਲੀ ਦਲ ਬਾਦਲ ਜਿਸ ਦੇ ਅਧੀਨ ਮਨਜਿੰਦਰ ਸਿੰਘ ਸਿਰਸਾ ਚੋਣ ਮੈਦਾਨ ਦੇ ਵਿੱਚ ਨੇ, ਸ਼੍ਰੋਮਣੀ ਅਕਾਲੀ ਦਲ ਦਿੱਲੀ ਜਿਸ ਦੇ ਵਿੱਚ ਪਰਮਜੀਤ ਸਿੰਘ ਸਰਨਾ ਤੇ ਹਰਵਿੰਦਰ ਸਿੰਘ ਸਰਨਾ ਦੋਵੇਂ ਸਰਨਾ ਭਰਾ ਤੇ ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ, ਇਹਨਾਂ ਦੋਵਾਂ ਦਾ ਗੱਠਜੋੜ ਹੈ, ਇਹ ਵੀ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ। ਇਸ ਦੇ ਨਾਲ ਹੀ ਹੋਰ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਛੋਟੀਆਂ-ਮੋਟੀਆਂ ਉਹ ਵੀ ਮੈਦਾਨ ਦੇ ਵਿੱਚ ਨੇ। ਸਿੱਖ ਸਦਭਾਵਨਾ ਦਲ ਭਾਈ ਬਲਦੇਵ ਸਿੰਘ ਵਡਾਲਾ ਉਹ ਵੀ ਦਿੱਲੀ ਚੋਣਾਂ ਦੇ ਮੈਦਾਨ ਵਿੱਚ ਨਿਤਰੇ ਹੋਏ ਨੇ ਤੇ ਸਾਰੀਆਂ ਇਹਨਾਂ ਵਿਰੋਧੀ ਪਾਰਟੀਆਂ ਦੀ ਜਿਹੜੀ ਕੋਸ਼ਿਸ਼ ਇਹੀ ਵਾਹ ਲੱਗੀ ਹੋਈ ਹੈ ਕਿ ਜਿਹੜੀ ਮੌਜੂਦਾ ਕਮੇਟੀ ਦੇ ਉੱਤੇ ਕਾਬਜ਼ ਤੇ ਹੈ ਅਕਾਲੀ ਦਲ ਬਾਦਲ ਦੀ ਉਸ ਨੂੰ ਲਾਂਭੇ ਕੀਤਾ ਜਾਵੇ। ਹੁਣ ਦੇਖਣਾ ਹੋਏਗਾ ਕਿ 22 ਅਗਸਤ ਨੂੰ ਸੰਗਤ ਕਿਸ ਦੇ ਹੱਕ ਵਿੱਚ ਫੈਸਲਾ ਕਰਦੀ ਹੈ। ਇਸੇ ਦਰਮਿਆਨ DSGMC ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਾਅਵਾ ਕੀਤਾ ਕਿ ਪਰਮਜੀਤ ਸਿੰਘ ਸਰਨਾ ਨੂੰ ਇੱਕ ਵਾਰੀ ਫਿਰ ਅਦਾਲਤ ਮੂਹਰੇ ਝੁਕਣਾ ਪਿਆ। ਆਡਿਟ ਦੇ ਮੁੱਦੇ ਨੂੰ ਲੈ ਕੇ ਕਹਿੰਦੇ ਮੇਰੇ ਖਿਲਾਫ ਕੀਤਾ ਕੇਸ ਸਰਨੇ ਨੂੰ ਵਾਪਸ ਲੈਣਾ ਪਿਆ। ਸਿਰਸਾ ਨੇ ਕਿਹਾ ਸੀ ਅਦਾਲਤ ਨੂੰ ਦੱਸਿਆ ਕਿ ਅਸੀਂ ਹਰ ਸਾਲ ਆਡਿਟ ਕਰਦੇ ਹਾਂ ਤੇ ਇਸ ਦੀ ਕਾਪੀ ਕੋਈ ਵੀ ਲੈ ਸਕਦਾ ਹੈ, ਪਰ ਸਰਨਾ ਨੇ ਆਪਣੀ ਹਾਰ ਨੂੰ ਦੇਖਦਿਆਂ ਕੋਰਟ ਦਾ ਰੁਖ ਕੀਤਾ ਤੇ ਸਾਡੀ ਪਾਰਟੀ ਨੂੰ ਦਿੱਲੀ ਚੋਣਾਂ ਵਿੱਚੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਹੁਣ ਸਾਡੀ ਪਾਰਟੀ ਚੋਣਾਂ ਲੜੇਗੀ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀਕੇ ਵੀ ਚੋਣ ਕਮਿਸ਼ਨ ਕੋਲ ਗਏ ਨੇ ਕਿ ਕਿਸੇ ਤਰ੍ਹਾਂ ਚੋਣਾਂ ਰੁਕਵਾ ਦਿੱਤੀਆਂ ਜਾਣ, ਪਰ ਚੋਣਾਂ 22 ਅਗਸਤ ਨੂੰ ਹਰ ਹਾਲ ਦੇ ਵਿੱਚ ਹੋਣਗੀਆਂ। ਸੁਲਤਾਨਪੁਰ ਲੋਧੀ ਤੋਂ ਖਬਰ ਹੈ ਜਿੱਥੇ ਅੰਤਰਰਾਸ਼ਟਰੀ ਖਿਡਾਰੀ ਹਰਪ੍ਰੀਤ ਸਿੰਘ ਉਰਫ ਵਿੱਕੀ ਦਿਓਲ ਨੇ ਆਪਣੀ ਮਿਹਨਤ ਦੇ ਨਾਲ ਪਵਿੱਤਰ ਸ਼ਹਿਰ ਦਾ ਨਾਮ ਹੈ ਜਿਹੜਾ ਉਹ ਰੌਸ਼ਨ ਕਰਵਾ ਕੇ ਨਵਾਂ ਇਤਿਹਾਸ ਸਿਰਜਿਆ ਹੈ। ਪਿਛਲੇ ਦਿਨੀ ਅੰਤਰਰਾਸ਼ਟਰੀ ਖਿਡਾਰੀ ਵਿੱਕੀ ਦਿਓਲ ਨੇ ਸਿਰਫ ਆਪਣੇ ਅੰਗੂਠੇ ਦੇ ਬਲ ਤੇ 40 ਸੈਕਿੰਡ ਦੇ ਅੰਦਰ 40 ਡੰਡ ਬੈਠਕਾਂ ਲਾ ਕੇ ਨਵਾਂ ਰਿਕਾਰਡ ਕੀਤਾ। ਖਾਸ ਗੱਲ ਇਹ ਰਹੀ ਹੈ ਕਿ ਡੰਡ ਉਹਨਾਂ ਦੇ ਵੱਲੋਂ 3 ਫੁੱਟ ਉੱਚੇ ਤੇ 1 ਇੰਚ ਚੌੜੇ ਲੋਹੇ ਦੀਆਂ ਰਾਡਾਂ ਤੇ ਲਾਏ ਗਏ ਨੇ ਜਿਨ੍ਹਾਂ ਉੱਤੇ ਸਿਰਫ ਅੰਗੂਠਾ ਹੀ ਟਿਕ ਸਕਦਾ ਹੈ। ਬੈਠਕ ਲਾਉਣ ਦੇ ਸਮੇਂ ਉਹਨਾਂ ਦੀ ਇੱਕ ਲੱਤ ਹਵਾ ਦੇ ਵਿੱਚ ਹੀ ਰਹੀ ਤੇ ਇਸ ਸਾਰੇ ਕਾਰਜ ਤੋਂ ਬਾਅਦ ਇੱਕ ਨਵਾਂ ਵਿਸ਼ਵ ਰਿਕਾਰਡ ਹੈ ਜਿਹੜਾ ਉਹ ਕਾਇਮ ਹੋ ਗਿਆ, ਜਿਸ ਤੋਂ ਬਾਅਦ ਵਿਸ਼ਵ ਪੱਧਰੀ ਪ੍ਰਾਪਤੀ ਜਿਹੜੀ ਹੈ ਉਹਨਾਂ ਦੀ ਵਰਲਡ ਬੁੱਕ ਆਫ ਰਿਕਾਰਡਸ ਲੰਡਨ UK ਦੇ ਵਿੱਚ ਦਰਜ ਕੀਤੀ ਗਈ ਹੈ। ਪੰਜਾਬ ਦੇ ਨੌਜਵਾਨ ਜਿਹੜੇ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦੇ ਨੇ ਉਹਨਾਂ ਦੀ ਭਰਤੀ ਹੈ ਜਿਹੜੀ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿੱਚ 1 ਨਵੰਬਰ ਨੂੰ ਹੋਵੇਗੀ। 1 ਨਵੰਬਰ ਨੂੰ ਇੱਥੇ ਭਰਤੀ ਰੈਲੀ ਹੈ ਜਿਹੜੀ ਉਹ ਰੱਖੀ ਗਈ ਹੈ। ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੀ ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਦੇ 3 ਮੈਂਬਰਾਂ ਨੂੰ 2 ਪਿਸਟਲ, 9 ਅਣਚੱਲੇ ਕਾਰਤੂਸ ਅਤੇ ਹੋਰ ਗੋਲੀ ਸਿੱਕਾ ਸਣੇ ਗ੍ਰਿਫਤਾਰ ਕੀਤਾ। ਇਹਨਾਂ ਦੀ ਪਛਾਣ ਮਨਦੀਪ ਸਿੰਘ, ਜਸਵਿੰਦਰ ਸਿੰਘ ਅਤੇ ਅਰਸ਼ਦੀਪ ਸਿੰਘ ਦੇ ਰੂਪ 'ਚ ਹੋਈ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗ ਨਜਾਇਜ਼ ਹਥਿਆਰਾਂ ਦੇ ਨਾਲ ਲੈਸ ਹੈ ਤੇ ਇਹਨਾਂ ਦੇ ਕਈ ਸਾਥੀ ਜੇਲ੍ਹਾਂ ਦੇ ਅੰਦਰ ਤੇ ਬਾਹਰ ਕ੍ਰਾਈਮ ਕਰਦੇ ਨੇ। ਇਹਨਾਂ ਦਾ ਕੰਮ ਇਹੀ ਹੈ ਕਿ ਇਹ ਜਾਲੀ ID ਤੋਂ ਨੰਬਰ ਤਿਆਰ ਕਰਕੇ ਸੋਸ਼ਲ ਮੀਡੀਆ ਤੇ ਧਮਕੀਆਂ ਅਤੇ ਕਤਲ ਕਰਨ ਤੋਂ ਬਾਅਦ
ਜ਼ਿੰਮੇਵਾਰੀਆਂ ਲੈਂਦੇ ਨੇ ਤੇ ਆਪਣੇ ਵਿਰੋਧੀ ਗੈਂਗ ਦੇ ਜਿਹੜੇ ਵਿਅਕਤੀ ਨੇ ਉਹਨਾਂ ਨੂੰ ਮਰਵਾ ਕੇ ਆਪਣਾ ਪ੍ਰਭਾਵ ਆਮ ਲੋਕਾਂ ਦੇ ਵਿੱਚ ਬਣਾਉਂਦੇ ਨੇ। ਉਸ ਤੋਂ ਬਾਅਦ ਇਹ ਸਨਅਤਕਾਰਾਂ ਅਤੇ ਕਾਰੋਬਾਰੀਆਂ ਨੂੰ ਧਮਕਾ ਕੇ ਉਹਨਾਂ ਤੋਂ ਫਿਰੌਤੀਆਂ ਲੈਂਦੇ ਨੇ। ਵਸੂਲੀ ਹੋਈ ਰਕਮ ਨੂੰ ਦੋ ਵੱਖ-ਵੱਖ ਕੰਪਨੀਆਂ ਨੇ ਜਿਹੜੀਆਂ ਮਿਊਜ਼ਿਕ ਕੰਪਨੀਆਂ ਠੱਗ ਲਾਈਫ ਤੇ 골ਡ ਮੀਡੀਆ ਦੇ ਵਿੱਚ ਇਨਵੈਸਟ ਕਰਦੇ ਨੇ। ਪੁਲਿਸ ਦਾ ਦਾਅਵਾ ਹੈ ਕਿ ਦੋਵੇਂ ਕੰਪਨੀਆਂ ਨੂੰ ਇਹੀ ਚਲਾ ਰਹੇ ਸੀ ਤੇ ਗੈਂਗਸਟਰ ਦੂਸਰੇ ਗਾਇਕਾਂ ਤੋਂ ਜ਼ਬਰਦਸਤੀ ਘੱਟ ਕੀਮਤ ਉੱਤੇ ਗਾਣੇ ਲੈ ਕੇ ਆਪਣੀਆਂ ਬਣਾਈਆਂ ਹੋਈਆਂ ਕੰਪਨੀਆਂ ਚਲਾਉਂਦੇ ਨੇ ਤੇ ਗਾਣਿਆਂ ਵਿੱਚੋਂ ਪੈਸਾ ਕਮਾਉਂਦੇ ਸੀ। ਇਹ ਸਾਰੀ ਪੁਲਿਸ ਨੇ ਜਾਣਕਾਰੀ ਦਿੱਤੀ ਹੈ। ਬੁਲੇਟਿਨ ਦੇ ਵਿੱਚ ਕੁਝ ਖਾਸ ਤੇ ਵੱਡੀਆਂ ਖਬਰਾਂ ਪੂਰੇ ਭਾਰਤ ਦੀਆਂ। ਪੈਗਾਸਸ ਜਾਸੂਸੀ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਪੁੱਛਿਆ ਕਿ ਕੀ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਜਾਂ ਫਿਰ ਨਹੀਂ। ਸਰਕਾਰ ਦੇ ਹਲਫਨਾਮੇ ਤੋਂ ਦਰਅਸਲ ਅਦਾਲਤ ਸੰਤੁਸ਼ਟ ਨਹੀਂ ਹੋਈ, ਇਸ ਕਰਕੇ ਅਦਾਲਤ ਨੇ ਮੋਦੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਜਾਂਚ ਕਿਵੇਂ ਕੀਤੀ ਜਾਏਗੀ, ਜਾਂਚ ਕੌਣ ਕਰੇਗਾ, ਇਹ ਬਾਅਦ ਵਿੱਚ ਤੈਅ ਕੀਤਾ ਜਾਏਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਪੁੱਛਿਆ ਸੀ ਕਿ ਪੈਗਾਸਸ ਜਾਸੂਸੀ ਮਾਮਲੇ ਵਿੱਚ ਸਰਕਾਰ ਦਾ ਪੱਖ ਕੀ ਹੈ। ਕੇਂਦਰ ਸਰਕਾਰ ਨੇ ਹਲਫਨਾਮਾ ਦਾਇਰ ਕਰਦਿਆਂ ਕਿਹਾ ਸੀ ਕਿ ਸਰਕਾਰ ਆਪਣੀ ਕਮੇਟੀ ਬਣਾ ਕੇ ਇਸ ਮਾਮਲੇ ਦੀ ਜਾਂਚ ਕਰਵਾਉਣ ਦੇ ਲਈ ਤਿਆਰ ਹੈ, ਪਰ ਸੁਪਰੀਮ ਕੋਰਟ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਸੀ। ਅਦਾਲਤ ਨੇ ਸੋਮਵਾਰ ਨੂੰ ਸਰਕਾਰ ਨੂੰ ਕਿਹਾ ਸੀ ਕਿ ਕੇਂਦਰ ਨੂੰ ਇੱਕ ਵਿਸਥਾਰਿਤ ਹਲਫਨਾਮਾ ਦਾਇਰ ਕਰਨਾ ਚਾਹੀਦਾ ਹੈ ਕਿ ਪੈਗਾਸਸ ਸੌਫਟਵੇਅਰ ਦੇ ਰਾਹੀਂ ਕਿਸੇ ਦੀ ਜਾਸੂਸੀ ਹੋਈ ਹੈ ਜਾਂ ਨਹੀਂ ਹੋਈ। ਜੇ ਅਜਿਹਾ ਹੋਇਆ ਤਾਂ ਕੀ ਨਿਯਮਾਂ ਦੀ ਪਾਲਣਾ ਕੀਤੀ ਗਈ ਜਾਂ ਫਿਰ ਨਹੀਂ। ਅਗਲੀ ਖਬਰ ਕਸ਼ਮੀਰ ਤੋਂ ਹੈ, ਜਿੱਥੇ ਜੰਮੂ ਕਸ਼ਮੀਰ ਪੁਲਿਸ ਨੇ ਮੁਹਰਮ ਜਲੂਸ ਦੀ ਕਵਰੇਜ ਕਰ ਰਹੇ ਪੱਤਰਕਾਰਾਂ ਤੇ ਲਾਠੀਚਾਰਜ ਕੀਤਾ। ਪੁਲਿਸ ਨੇ ਸ਼ਹਿਰ ਦੇ ਜਹਾਂਗੀਰ ਚੌਂਕ ਤੇ ਜਲੂਸ ਕੱਢ ਰਹੇ ਕੁਝ ਸ਼ੀਆ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਜਲੂਸ ਕੱਢਣ ਨਾ ਦਿੱਤਾ। ਇਹਨਾਂ ਨੌਜਵਾਨਾਂ ਦੀ ਖਿੱਚਤੂ ਅਤੇ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਦੀਆਂ ਤਸਵੀਰਾਂ ਜਦੋਂ ਪੱਤਰਕਾਰ ਲੈ ਰਹੇ ਸੀ ਤਾਂ ਪੁਲਿਸ ਨੇ ਪੱਤਰਕਾਰਾਂ ਤੇ ਫੋਟੋ ਪੱਤਰਕਾਰਾਂ ਤੇ ਵੀ ਲਾਠੀਚਾਰਜ ਕਰ ਦਿੱਤਾ। ਕਈ ਪੱਤਰਕਾਰਾਂ ਦੀ ਬੁਰੇ ਤਰੀਕੇ ਨਾਲ ਖਿੱਚਤੂ ਕੀਤੀ ਗਈ। ਸੀਨੀਅਰ ਪੁਲਿਸ ਅਧਿਕਾਰੀ ਨੇ ਮੌਕੇ ਤੇ ਪਹੁੰਚ ਕੇ ਪੱਤਰਕਾਰਾਂ ਨੂੰ ਭਰੋਸਾ ਦਿਵਾਇਆ ਕਿ ਉਹ ਮਾਮਲੇ ਦੀ ਜਾਂਚ ਕਰਨਗੇ। ਈਡੀ ਯਾਨੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੂੰ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ਦੀ ਜਾਂਚ ਸੰਬੰਧੀ ਬੁੱਧਵਾਰ ਨੂੰ ਪੇਸ਼ ਹੋਣ ਦੇ ਤਾਜ਼ਾ ਸਮਨ ਜਾਰੀ ਕੀਤੇ ਨੇ। ਸੂਤਰਾਂ ਮੁਤਾਬਕ 71 ਸਾਲ ਦੇ ਦੇਸ਼ਮੁਖ ਨੂੰ 18 ਅਗਸਤ ਨੂੰ ਦੱਖਣੀ ਮੁੰਬਈ ਸਥਿਤ ਈਡੀ ਦਫ਼ਤਰ ਵਿੱਚ ਜਾਂਚ ਅਧਿਕਾਰੀ ਦੇ ਮੂਹਰੇ ਪੇਸ਼ ਹੋਣ ਲਈ ਕਿਹਾ ਗਿਆ। ਦੇਸ਼ਮੁਖ ਨੂੰ ਇਹ 5ਵਾਂ ਸਮਨ ਭੇਜਿਆ ਗਿਆ। ਖਬਰ ਉੱਤਰ ਪ੍ਰਦੇਸ਼ ਤੋਂ ਹੈ, ਜਿੱਥੇ ਝਾਂਸੀ ਜ਼ਿਲ੍ਹੇ ਦੇ ਪ੍ਰੇਮ ਨਗਰ ਪੁਲਿਸ ਸਟੇਸ਼ਨ ਦੇ ਵਿੱਚ ਤੈਨਾਤ ਇੱਕ ਸਿਪਾਹੀ ਨੇ ਇੱਕ ਬੀਜੇਪੀ ਲੀਡਰ ਦੀ ਧੀ ਉੱਤੇ ਧੱਕਾ ਮੁੱਕੀ ਕਰਨ ਅਤੇ ਮੋਬਾਈਲ ਤੋੜਨ ਦਾ ਦੋਸ਼ ਲਾਇਆ। ਕਾਂਸਟੇਬਲ ਨੇ ਸੰਬੰਧੀ ਐਸਐਸਪੀ ਨੂੰ ਸ਼ਿਕਾਇਤ ਕੀਤੀ ਹੈ। ਝਾਂਸੀ ਜ਼ਿਲ੍ਹੇ ਦੇ ਪ੍ਰੇਮ ਨਗਰ ਥਾਣੇ ਵਿੱਚ ਤੈਨਾਤ ਕਾਂਸਟੇਬਲ ਸੁਸ਼ੀਲ ਸ਼੍ਰੀਵਾਸਤਵ ਨੇ ਐਸਐਸਪੀ ਦਫ਼ਤਰ ਪਹੁੰਚ ਕੇ ਦਿੱਤੀ ਸ਼ਿਕਾਇਤ ਦੇ ਵਿੱਚ ਕਿਹਾ ਹੈ ਕਿ 19 ਜੁਲਾਈ 2021 ਨੂੰ ਉਸ ਦੀ ਡਿਊਟੀ ਇੱਕ ਬੀਜੇਪੀ ਲੀਡਰ ਦੇ ਘਰ ਲੱਗੀ ਹੋਈ ਸੀ। ਡਿਊਟੀ ਕਰਨ ਲਈ ਸ਼ਾਮ ਨੂੰ ਉਹਨਾਂ ਦੇ ਘਰ ਪਹੁੰਚਿਆ। ਡਿਊਟੀ ਦੌਰਾਨ ਜ਼ਿਆਦਾ ਗਰਮੀ ਹੋਣ ਕਾਰਨ ਉਸਨੇ ਕਮੀਜ਼ ਦਾ ਇੱਕ ਬਟਨ ਖੋਲ ਦਿੱਤਾ। ਇਸ ਦੌਰਾਨ ਉਕਤ ਬੀਜੇਪੀ ਲੀਡਰ ਦੀ ਧੀ ਤੇ ਜਵਾਈ ਕਾਰ ਲੈ ਕੇ ਪਹੁੰਚੇ। ਸ਼੍ਰੀਵਾਸਤਵ ਨੇ ਦੱਸਿਆ ਕਿ ਜਦੋਂ ਮੈਂ ਉਹਨਾਂ ਦੇ ਲਈ ਦਰਵਾਜ਼ਾ ਖੋਲ੍ਹਿਆ ਤਾਂ ਉਹਨਾਂ ਦੀ ਧੀ ਕਾਰ ਤੋਂ ਉਤਰੀ ਤੇ ਗਲਤ ਬੁਰਾ ਵਿਵਹਾਰ ਕਰਦੇ ਹੋਏ ਉਸ ਦਾ ਮੋਬਾਈਲ ਖੋਲ੍ਹਿਆ ਤੇ ਤੋੜ ਦਿੱਤਾ। ਪੀੜਤ ਨੇ ਐਸਐਸਪੀ ਨੂੰ ਸ਼ਿਕਾਇਤ ਕਰਕੇ ਮੋਬਾਈਲ ਵਾਪਸ ਦਿਵਾਉਣ ਅਤੇ ਕਾਰਵਾਈ ਦੀ ਮੰਗ ਕੀਤੀ ਹੈ। ਐਸਐਸਪੀ ਨੇ ਵੀ ਜਾਂਚ ਦੇ ਹੁਕਮ ਦੇ ਦਿੱਤੇ ਨੇ। ਅਗਲੀ ਖਬਰ ਰਾਜਸਥਾਨ ਤੋਂ ਹੈ, ਜਿੱਥੇ ਅਜਮੇਰ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਸ਼ਹਿਰ ਦੇ ਆਦਰਸ਼ ਨਗਰ ਥਾਣਾ ਇਲਾਕੇ ਵਿੱਚ ਦੋ ਟ੍ਰੇਲਰਾਂ ਦੀ ਭਿਆਨਕ ਟੱਕਰ ਹੋ ਗਈ। ਟੱਕਰ ਤੋਂ ਬਾਅਦ ਦੋਵੇਂ ਟ੍ਰੇਲਰਾਂ ਨੂੰ ਅੱਗ ਲੱਗ ਗਈ। ਇਸ ਕਾਰਨ ਤੇ ਇਸ ਅੱਗ ਦੇ ਵਿੱਚ 4 ਲੋਕ ਜਿਉਂਦੇ ਵੀ ਸੜ ਗਏ। ਹਾਦਸੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚਿਆ। ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਆਦਰਸ਼ ਨਗਰ ਪੁਲਿਸ ਸਟੇਸ਼ਨ ਨੇ ਮ੍ਰਿਤਕ ਦੇਹਾਂ ਨੂੰ ਟ੍ਰੇਲਰਾਂ ਚੋਂ ਕਿਵੇਂ ਕਰਕੇ ਬਾਹਰ ਕੱਢਿਆ। ਜਵਾਹਰ ਲਾਲ ਨਹਿਰੂ ਹਸਪਤਾਲ ਦੇ ਮੁਰਦਾ ਘਰ ਦੇ ਵਿੱਚ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਖਬਰ ਸੁਣਾਏ ਜਾਣ ਤੱਕ ਨਹੀਂ ਹੋ ਸਕੀ ਸੀ। ਪੁਲਿਸ ਮਾਮਲੇ ਦੀ ਜਾਂਚ ਕਰਨ ਦੇ ਵਿੱਚ ਲੱਗ ਗਈ ਹੈ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।